ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ। ਆਓ ਅੱਜ ਫਿਰ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ ਤੇ ਅਸੀਂ ਹਾਜ਼ਰ ਹੋ ਗਏ ਹਾਂ ਲੈ ਕੇ ਪ੍ਰੋਗਰਾਮ ਸਾਹਿਤਕ ਤੰਦਾਂ। ਪਿਆਰੇ ਦੋਸਤੋ, ਪਿਆਰੇ ਦਰਸ਼ਕੋ, ਅਜ਼ੀਜ਼ੋ, ਇਸ ਪ੍ਰੋਗਰਾਮ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਅਸੀਂ ਆਪਣੀ ਭਾਸ਼ਾ, ਜ਼ੁਬਾਨ, ਬੋਲੀ, ਲਿਪੀ ਯਾਨੀ ਕਿ ਮਾਂ ਬੋਲੀ ਪੰਜਾਬੀ ਨੂੰ ਤੁਹਾਡੇ ਵਿਹੜਿਆਂ ਤੱਕ, ਨਾ ਸਿਰਫ ਤੁਹਾਡੇ ਵਿਹੜਿਆਂ ਤੱਕ, ਤੁਹਾਡੇ ਵਿਹੜਿਆਂ ਤੋਂ ਸੰਸਾਰ ਦੇ ਹਰ ਉਸ ਕੋਨੇ ਤੱਕ, ਹਰ ਉਸ ਸ਼ਖਸ ਤੱਕ, ਹਰ ਉਸ ਨਸਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਅਸੀਂ ਆਪਣੀ ਇਸ ਬੋਲੀ ਦੇ ਉੱਤੇ ਨਾ ਸਿਰਫ ਮਾਣ ਕਰੀਏ, ਸਗੋਂ ਇਸ ਨੂੰ ਅੱਗੇ ਵਧਾਉਣ ਦੇ ਉਪਰਾਲਿਆਂ ਦੇ ਵਿੱਚ ਇੱਕ ਤੰਦ ਜੋੜਦੇ ਜਾਈਏ। ਤੰਦਾਂ ਜੋੜਾਂਗੇ, ਪੂਣੀਆਂ ਕੱਤਾਂਗੇ ਤੇ ਫਿਰ ਕਿਤੇ ਜਾ ਕੇ ਸੂਤ ਬਣਾਵਾਂਗੇ ਤੇ ਉਸ ਚੰਗੇ ਜਿਹੇ ਸੂਤ ਦਾ ਇੱਕ ਸੋਹਣਾ ਜਿਹਾ ਬਾਗ ਤੇ ਬਗੀਚਾ ਜਿਹੜਾ ਬਣੇਗਾ, ਉਹ ਪੰਜਾਬੀ ਮਾਂ ਬੋਲੀ ਦਾ ਫੈਲਾਅ ਰੂਪੀ ਜਿਹੜਾ ਹੋਏਗਾ, ਉਹ ਪੂਰੇ ਸੰਸਾਰ ਦੇ ਵਿੱਚ ਪਰਚਮ ਦੇ ਰੂਪ ਦੇ ਵਿੱਚ ਲਹਿਰਾਉਂਦਾ ਹੋਇਆ ਨਜ਼ਰ ਆਏਗਾ। ਸਾਹਿਤਕ ਤੰਦਾਂ ਦੇ ਅੱਜ ਦੇ ਸਫ਼ਰ ਦੀ ਸ਼ੁਰੂਆਤ ਜਿੱਥੇ ਮੈਂ ਕਰ ਰਿਹਾ, ਉੱਥੇ ਇੱਕ ਛੋਟੀ ਜਿਹੀ ਉਦਾਸੀ ਭਰੀ ਖਬਰ ਵੀ ਹੈ। ਉਹ ਖਬਰ ਇੱਕ ਦੋ ਦਿਨ ਪਹਿਲਾਂ ਨਸ਼ਰ ਹੋਈ ਕਿ ਹਰਦੇਵ ਸਿੰਘ ਦਲਗੀਰ ਬਾਪੂ ਦੇਵ ਤਰੀਕਿਆਂ ਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਰੀਰ ਨੇ ਜਾਣਾ ਹੀ ਹੁੰਦਾ ਹੈ, ਪਰ ਕੀਤੇ ਹੋਏ ਕਾਰਜ ਉਹ ਕਾਰਜ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਇਹ ਨਿਰਧਾਰਤ, ਤੈਅ ਜਾਂ ਨਿਸ਼ਚਿਤ ਕਰਦੇ ਹੋ ਕਿ ਤੁਹਾਨੂੰ ਯਾਦ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ। ਸਾਹਿਤ ਦੇ ਖੇਤਰ ਦੇ ਵਿੱਚ ਬਾਪੂ ਹਰਦੇਵ ਸਿੰਘ ਦਲਗੀਰ ਦੇਵ ਤਰੀਕਿਆਂ ਵਾਲੇ ਦਾ ਨਾਂ ਜਦੋਂ ਵੀ ਪੰਜਾਬੀ ਲੋਕ ਤੱਥ ਦੀ ਗੱਲ ਹੋਏਗੀ, ਕਲੀਆਂ ਦੀ ਗੱਲ ਹੋਏਗੀ, ਕੁਝ ਗੀਤਾਂ ਦੀ ਗੱਲ ਹੋਏਗੀ, ਸੱਭਿਆਚਾਰਕ ਰੂਪ ਦੀ ਗੱਲ ਹੋਏਗੀ, ਉਹਨਾਂ ਦਾ ਨਾਂ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਹਮੇਸ਼ਾ ਹੀ ਸਾਹਿਤਕ ਰੂਪ ਦੇ ਵਿੱਚ ਦੇਵ ਤਰੀਕਿਆਂ ਵਾਲੇ ਹਮੇਸ਼ਾ ਸਾਡੇ ਅੰਗ ਸੰਗ ਸਾਡੇ ਨਾਲ ਰਹਿਣਗੇ ਆਪਣੇ ਕੀਤੇ ਹੋਏ ਕਾਰਜ ਦੇ ਦੁਆਰਾ। ਅੱਜ ਸਾਹਿਤਕ ਤੰਦ ਜਿਸ ਸ਼ਖਸ ਨਾਲ ਪਾਉਣ ਲੱਗੇ ਆ, ਲੋਕ ਗੀਤ ਵਰਗੇ ਹੁੰਦੇ ਨੇ। ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕਿਤਾਬ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ, ਕਿਤਾਬਾਂ ਵਰਗੇ ਸੋਹਣੇ ਸ਼ਖਸ ਹੁੰਦੇ ਨੇ। ਆਓ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਪਿਆਰੇ ਜਿਹੇ ਮਹਿਮਾਨ ਡਾਕਟਰ ਅਜੀਤ ਕੰਵਲ ਹਮਦਰਦ ਹੋਰਾਂ ਦਾ। ਡਾਕਟਰ ਸਾਹਿਬ ਨਿੱਘੀ ਜੀ ਆਇਆਂ, ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਿਹਤਾਂ ਕਿਵੇਂ ਪਹਿਲਾਂ ਇਹ ਦੱਸੋ? ਬਿਲਕੁਲ ਫਸਟ ਕਲਾਸ। ਦੋਨੇ ਕਿਸਮ ਦੀਆਂ, ਮਤਲਬ ਇੱਥੋਂ ਵੀ ਤੇ ਇੱਥੋਂ ਵੀ, ਕਿਉਂਕਿ ਠੰਡ ਜੀ ਬਹੁਤ ਪੈ ਰਹੀ ਹੈ। ਠੰਡ ਤੇ ਪੈ ਰਹੀ ਹੈ, ਪਰ ਆਪਣਾ ਜਿੱਦਾਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ। ਉਹ ਸਿਹਤ ਸਰੀਰਕ ਦਾ ਵੀ ਤੇ ਮਾਨਸਿਕ ਦਾ ਵੀ ਜੀ, ਕਿਉਂਕਿ ਜੋ ਮਾਹੌਲ ਚੱਲ ਰਿਹਾ ਉਹਦੇ ਵਿੱਚ ਮਾਨਸਿਕ ਸੰਤੁਲਨ ਕਿਸ ਵੇਲੇ ਵਿਗੜ ਜਾਏ ਇਹ ਵੀ ਨਹੀਂ ਪਤਾ, ਕਿਉਂਕਿ ਜੋ ਹਵਾਵਾਂ ਚੱਲ ਰਹੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ, ਉਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ। ਇਹ ਤੁਸੀਂ ਬੜੀ ਮਹੱਤਵਪੂਰਨ ਗੱਲ ਚੁੱਕੀ, ਕਿਉਂਕਿ ਪਿਆਰੇ ਦਰਸ਼ਕੋ ਇੱਕ ਗੱਲ ਮੈਂ ਪਹਿਲਾਂ ਹੀ ਸਾਫ਼ ਕਰ ਦਿੰਦਾ ਕਿ ਜਿਹੜੇ ਉਮਰ ਦੇ ਤਜਰਬੇ ਹੁੰਦੇ ਆ ਨਾ, ਉਹ ਜਿੱਦਾਂ ਲਿਖਿਆ ਸੀ ਕਿ ਉਮਰਾਂ ਦੇ ਕਾਫਲੇ, ਉਮਰਾਂ ਦੇ ਲੰਮੇ ਕਾਫਲੇ ਇੱਦਾਂ ਗੁਜ਼ਰ ਗਏ, ਮੌਸਮ ਦੇ ਨਾਲ ਰੁੱਤ ਜੋ ਸੁਹਾਨੀ ਚਲੀ ਗਈ, ਗੁਰਦਾਸ ਮਾਨ ਹੋਰਾਂ ਨੇ ਲਿਖਿਆ ਸੀ। ਉਹ ਬੜੀ ਸੋਹਣੀ ਗੱਲ ਲਿਖੀ ਸੀ ਕਿ ਉਮਰਾਂ ਦੇ ਕਾਫਲਿਆਂ ਦੇ ਵਿੱਚੋਂ, ਉਮਰਾਂ ਦੇ ਤਜਰਬਿਆਂ ਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਹੈ। ਡਾਕਟਰ ਅਜੀਤ ਕੰਵਲ ਹਮਦਰਦ ਹੋਰਾਂ ਨੇ ਜਿਹੜੀ ਪਿਆਰੀ ਜੀ ਗੱਲ ਕੀਤੀ ਕਿ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ, ਇਹਨਾਂ ਹਵਾਵਾਂ ਦੇ ਵਿੱਚ ਮਾਨਸਿਕ ਸਿਹਤ ਸਾਂਭਣੀ ਬੜੀ ਲਾਜ਼ਮੀ ਹੈ ਔਰ ਬੜੀ ਜ਼ਰੂਰੀ ਹੈ ਔਰ ਸਭ ਤੋਂ ਔਖੀ ਹੈ ਇਸ ਵਕਤ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਰਸਮੀ ਸਵਾਲ ਹੈ, ਪਰ ਇਹ ਸਵਾਲ ਮੈਨੂੰ ਲੱਗਦਾ ਲਾਜ਼ਮੀ ਹੁੰਦਾ ਹੈ। ਕੋਈ ਵੀ ਸਾਂਝ ਕਿਸੇ ਨਾਲ ਵੀ ਪਾਉਣ ਤੋਂ ਪਹਿਲਾਂ ਉਹ ਜਾਣਨਾ ਬੜਾ ਜ਼ਰੂਰੀ ਹੁੰਦਾ ਹੈ ਕਿ ਜੜ ਮੋੜ ਕਿੱਥੋਂ ਲੱਗੀ ਹੋਈ ਹੈ, ਮੋੜੀ ਕਿੱਥੋਂ ਗੱਡੇਗੀ, ਪਰਿਵਾਰਕ ਪਿਛੋਕੜ, ਪਿਤਾ ਮਾਤਾ ਤੋਂ ਲੈ ਕੇ ਪਿੰਡ ਤੱਕ, ਕਿਉਂਕਿ ਪਿੰਡ ਦੀ ਮਿੱਟੀ ਤੋਂ ਜਦੋਂ ਆਪਾਂ ਉਪਜਦੇ ਹਾਂ, ਵਿਗਸਦੇ ਹਾਂ, ਮੌਲਦੇ ਹਾਂ, ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਫਿਰ ਇੱਕ ਮਤਲਬ ਬ੍ਰਿਖ ਰੂਪ ਬੰਦਾ ਖੜਾ ਹੁੰਦਾ। ਪ੍ਰਿੰਸ ਜੀ, ਤੁਸੀਂ ਪੁੱਛਿਆ, ਮੈਂ ਜ਼ਰੂਰ ਦੱਸਾਂਗਾ ਕਿ ਮੇਰਾ ਪਰਿਵਾਰਕ ਪਿਛੋਕੜ ਕੀ ਹੈ। ਵੈਸੇ ਮੈਂ ਇਹ ਗੱਲ ਜ਼ਿਆਦਾ ਦੱਸਦਾ ਨਹੀਂ, ਕਾਰਨ ਉਹਦੇ ਕੋਈ ਰਹੇ ਨੇ ਜੀ, ਸਾਡੇ ਨਿੱਜੀ ਨੇ ਉਹ। ਮੈਂ ਨਹੀਂ ਚਾਹੁੰਦਾ ਕਿ ਮੇਰੇ ਪਿਛੋਕੜ ਦੇ ਨਾਲ, ਮੇਰੇ ਰਿਸ਼ਤਿਆਂ ਦੇ ਨਾਲ ਸਮਾਜ ਦੇ ਵਿੱਚ ਮੈਨੂੰ ਜਾਣਿਆ ਜਾਏ। ਮੇਰੀ ਆਪਣੀ ਇੱਕ ਆਈਡੈਂਟੀਟੀ ਹੈ, ਹੋਂਦ ਹੈ, ਤੇ ਉਹ ਥੋੜ੍ਹੀ ਹੈ, ਬਹੁਤੀ ਹੈ, ਵੱਡੀ ਹੈ, ਛੋਟੀ ਹੈ, ਮੈਨੂੰ ਉਹੀ ਬਹੁਤ ਪਸੰਦ ਹੈ। ਪਰ ਮੈਂ ਇਸੇ ਵਿੱਚੋਂ ਮਾਫੀ ਮੰਗ ਲੈਣਾ ਕਿ ਜੇਕਰ ਤੁਹਾਨੂੰ ਇਹ ਸਵਾਲ ਚੰਗਾ ਨਾ ਲੱਗਿਆ ਹੋਵੇ ਤਾਂ। ਐਸੀ ਗੱਲ ਨਹੀਂ। ਆਪਣੀਆਂ ਜੜ੍ਹਾਂ ਨੂੰ, ਆਪਣੇ ਬਜ਼ੁਰਗਾਂ ਨੂੰ
ਨਾ ਤਾਂ ਕਿਸੇ ਨੂੰ ਕਦੀ ਭੁੱਲਣਾ ਚਾਹੀਦਾ ਹੈ ਤੇ ਨਾ ਹੀ ਉਹ ਭੁੱਲਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਬਿਲਕੁਲ। ਜੇ ਅਸੀਂ ਉਹਨਾਂ ਨੂੰ, ਕਿਉਂਕਿ ਉਹ ਸਾਡੇ ਜਨਮਦਾਤਾ ਰਹੇ ਨੇ, ਹੂੰ ਉਹਨਾਂ ਨੇ ਸਾਨੂੰ ਵਿਰਾਸਤ ਦਿੱਤੀ ਹੈ। ਮੈਨੂੰ ਮੇਰੇ ਪੇਰੈਂਟਸ ਨੇ ਨਾਮ ਦੀ ਵਿਰਾਸਤ ਦਿੱਤੀ ਹੈ। ਜੀ ਹਮਦਰਦ ਸ਼ਬਦ ਮੈਨੂੰ ਮੇਰੇ ਉਸ ਨਾਮ ਦੇ ਵਿੱਚ ਜੋੜਨ ਦੀ ਆਗਿਆ ਮੇਰੇ ਪੁਰਖਿਆਂ ਵੱਲੋਂ ਹੋਈ ਹੈ। ਜੀ ਮੈਂ ਡਾਕਟਰ ਸਾਧੂ ਸਿੰਘ ਹਮਦਰਦ ਜੀ ਉਹਨਾਂ ਦਾ ਗ੍ਰੈਂਡਸਨ ਹਾਂ। ਜੀ ਮੇਰੇ ਪਿਤਾ ਜੀ ਸਰਦਾਰ ਜਤਿੰਦਰ ਸਿੰਘ ਹਮਦਰਦ, ਹੂੰ ਮਾਤਾ ਜੀ ਸਵਰਗਵਾਸੀ ਨੇ ਬੀਬੀ ਪ੍ਰਕਾਸ਼ ਕੌਰ ਹਮਦਰਦ, ਜੀ ਤੇ ਬਾਕੀ ਹੋਰ ਰਿਸ਼ਤੇਦਾਰ ਹੂੰ ਤੇ ਉਹ ਨਾਮਵਰ ਹਸਤੀਆਂ ਨੇ। ਜੀ ਬਿਲਕੁਲ। ਤੇ ਮੈਂ ਹਾਲੇ ਬਹੁਤ ਛੋਟਾ ਔਰ ਨਾਚੀਜ਼ ਹੈ ਤੇ ਸਿੱਖਣ ਦਾ ਪ੍ਰਯਾਸ ਕਰਦਾ। ਨੌਕਰੀ ਕੀਤੀ ਹੈ, ਨੌਕਰੀ ਦੇ ਦੌਰਾਨ ਵੀ ਬਹੁਤ ਕੁਝ ਸਿੱਖਿਆ। ਜੋ ਕੁਝ ਖੱਟਿਆ ਕਮਾਇਆ, ਉਹ ਜਿੱਦਾਂ ਕਹਿੰਦੇ ਨਾ, ਚਾਰ ਛਿੱਲੜ ਇਹੀ ਨੇ ਜੋ ਜੋੜੇ ਨੇ। ਤੇ ਇਹ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਮੇਰੀ ਆਪਣੀ ਖੱਟੀ ਕਮਾਈ ਹੈ ਤੇ ਇਹਦੇ ਵਿੱਚ ਪ੍ਰਮਾਤਮਾ ਬਰਕਤ ਦੇਏਗਾ। ਬਿਲਕੁਲ ਦੇਗਾ। ਕਿਸ ਤਰੀਕੇ ਨਾਲ ਦੇਏਗਾ ਉਹ ਰੱਬ ਦੀਆਂ ਇਹ ਰੱਬ ਦੀਆਂ ਰਮਜ਼ਾਂ ਰੱਬ ਹੀ ਜਾਣੇ। ਰੱਬ ਹੀ ਜਾਣੇ। ਸਾਡਾ ਕੰਮ ਹੈ ਕਿ ਅਸੀਂ ਮਿਹਨਤ ਕਰਦੇ ਰਹੀਏ। ਹਾਂਜੀ ਸਰ, ਮਤਲਬ ਜਿੱਥੋਂ ਤੱਕ ਅੰਦਾਜ਼ਾ ਹੈ, ਤੁਹਾਡੇ ਪਰਿਵਾਰਕ ਪਿਛੋਕੜ ਦੇ ਵਿੱਚੋਂ ਜਿਹੜਾ ਅੰਦਾਜ਼ਾ ਲੱਗਦਾ ਜਾਂ ਤੁਹਾਡੀ ਜੀਵਨ ਜਾਂਚ ਦੇ ਵਿੱਚੋਂ ਜਿਹੜਾ ਅੰਦਾਜ਼ਾ ਲੱਗਦਾ ਕਿ ਕਿਤਾਬਾਂ ਔਰ ਸਾਹਿਤ ਸੰਸਾਰ ਤੁਹਾਡੇ ਨੇੜੇ ਤੇੜੇ ਰਿਹਾ। ਤੁਸੀਂ ਵੱਖ-ਵੱਖ ਕਾਰਜਾਂ ਦੇ ਵਿੱਚੋਂ ਗੁਜ਼ਰਦੇ ਹੋਏ ਮੁੱਖ ਰੂਪ ਦੇ ਵਿੱਚ ਪਿਆਰ ਕਿਹੜੇ ਕੰਮ ਨੂੰ ਕੀਤਾ? ਪੜ੍ਹਾਉਣ ਨੂੰ ਪਿਆਰ ਕੀਤਾ, PR ਡਿਪਾਰਟਮੈਂਟ ਨੂੰ ਪਿਆਰ ਕੀਤਾ, ਲਿਖਣ ਨੂੰ ਪਿਆਰ ਕੀਤਾ, ਜਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਇੱਕ ਮਤਲਬ ਇੱਕ ਅਜੀਤ ਕਵਲ ਹਮਦਰਦ ਬਣਦਾ ਹੈ? ਦੇਖੋ, ਜਿੱਥੋਂ ਤੱਕ ਤਾਂ ਪਿਆਰ ਦੀ ਗੱਲ ਹੈ, ਉਹ ਮੈਂ ਆਪਣੇ ਡਿਪਾਰਟਮੈਂਟ ਨੂੰ ਕੀਤਾ ਜਿੱਥੋਂ ਮੈਂ ਰਿਟਾਇਰ ਹੋਇਆ। ਜੀ। ਸੂਚਨਾ ਤੇ ਲੋਕ ਸੰਪਰਕ ਵਿਭਾਗ। ਜੀ। ਤੇ ਇੰਜੋਏ ਕਿਹਨੂੰ ਕੀਤਾ ਹੈ? ਉਹ ਮੈਂ ਆਪਣੇ ਟੀਚਿੰਗ ਪ੍ਰੋਫੈਸ਼ਨ ਨੂੰ ਕੀਤਾ। ਵਾਹ। ਕਰੀਬ 7 ਸਾਲ ਦਾ ਮੇਰਾ ਟੀਚਿੰਗ ਦਾ ਪ੍ਰੋਫੈਸ਼ਨ ਹੈ। ਜਰਨਲਿਜ਼ਮ ਪੜ੍ਹਾਉਣ ਦਾ, ਪੰਜਾਬੀ ਪੜ੍ਹਾਉਣ ਦਾ, ਔਰ ਯੂਨੀਵਰਸਿਟੀ ਦੇ ਵਿੱਚ ਉਸ ਸਾਰੇ ਮਾਹੌਲ ਦੇ ਵਿੱਚ ਮਤਲਬ ਪੜ੍ਹਾਉਣਾ। ਔਰ ਈਵਨ ਜਿਹੜਾ ਮੇਰਾ ਪਹਿਲਾ ਸੈਸ਼ਨ ਗੁਜ਼ਰਿਆ, ਉਹਦੇ ਵਿੱਚ ਜਿਹੜੇ ਵਿਦਿਆਰਥੀ ਸੀਗੇ ਬੈਚਲਰ ਆਫ ਜਰਨਲਿਜ਼ਮ ਦੇ, ਉਹ ਮੇਰੀ ਉਮਰ ਨਾਲੋਂ ਵੀ 4-4 5-5 ਸਾਲ ਸ਼ਾਇਦ ਵੱਡੇ ਹੀ ਸੀਗੇ। ਤੇ ਉੱਥੇ ਉਹਨਾਂ ਦੇ ਵਿੱਚ ਖੜ ਕੇ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਨਾ ਇੱਕ ਵੱਖਰੀ ਤਰ੍ਹਾਂ ਦਾ ਹੀ ਆਨੰਦ ਸੀ। ਸਰ, ਉਸ ਵਕਤ ਤੇ ਹੁਣ ਵਕਤ ਦੇ ਮਤਲਬ ਅਧਿਆਪਨ ਖਿੱਤੇ ਦਾ ਫਰਕ ਵੀ ਆਇਆ ਹੋਊਗਾ। ਤੁਸੀਂ ਕਿੰਨੀ ਖੂਬਸੂਰਤ ਤੇ ਕਮਾਲ ਦੀ ਯਾਦ ਸਾਂਝੀ ਕਰ ਰਹੇ ਹੋ ਕਿ ਤੁਹਾਡੇ ਨਾਲੋਂ ਵੀ ਵੱਡੇ ਤੁਹਾਡੇ ਸਿੱਖਿਆਰਥੀ ਜਾਂ ਵਿਦਿਆਰਥੀ ਰਹੇ ਹੋਣਗੇ। ਉਹਨਾਂ ਵਕਤਾਂ ਔਰ ਇਹਨਾਂ ਵਕਤਾਂ ਦਾ ਤੁਹਾਨੂੰ ਅੰਤਰ ਲੱਗਦਾ ਕੁਝ? ਨਹੀਂ, ਜਿਹੜੀ ਤਾਂ ਸਕੂਲ ਦੇ ਵਿੱਚ ਜਦੋਂ ਵਿਦਿਆਰਥੀ ਪੜ੍ਹਦਾ ਜੀ, ਉੱਥੇ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਦਲੀਆਂ ਨੇ। ਪਰ ਯੂਨੀਵਰਸਿਟੀ ਕਾਲਜ ਲੈਵਲ ਤੇ ਜਿਹੜੇ ਵਿਦਿਆਰਥੀ ਹੁੰਦੇ ਆ, ਉਹਨਾਂ ਨੇ ਇੱਕ ਆਪਣੀ ਸਮਝ ਦਾ ਮਿਆਰ ਸਥਾਪਿਤ ਕੀਤਾ ਹੁੰਦਾ। ਉਹ ਜ਼ਿਆਦਾ ਨਹੀਂ ਉਹਦੇ ਵਿੱਚ ਆਉਂਦਾ। ਉੱਥੇ ਮੈਂ ਆਪਣੇ ਵਿਦਿਆਰਥੀ ਨੂੰ ਵੀ ਰਿਗਾਰਡ ਦਿੰਦਾ। ਜੇ ਉਹ ਮੈਨੂੰ ਰਿਗਾਰਡ ਦਿੰਦਾ ਤੇ ਮੈਂ ਆਪਣੇ ਵਿਦਿਆਰਥੀ ਨੂੰ ਵੀ ਦੇਵਾਂ। ਬਿਲਕੁਲ। ਤੇ ਦੂਸਰੀ ਚੀਜ਼ ਇਹ ਹੈ, ਵਿਦਿਆਰਥੀ ਤੋਂ ਰਿਗਾਰਡ ਲੈਣ ਵਾਸਤੇ ਮੈਨੂੰ ਵਿਦਿਆਰਥੀ ਨੂੰ ਰਿਗਾਰਡ ਦੇਣਾ ਹੀ ਪਏਗਾ। ਔਰ ਉਹ ਸ਼ਾਇਦ ਮੇਰਾ ਵੀ ਉਹ ਟੀਚਰ ਰਿਹਾ ਹੋਵੇ, ਉਹ ਵਿਦਿਆਰਥੀ ਕਿਤੇ ਨਾ ਕਿਤੇ, ਕਿਉਂਕਿ ਸਮਝ ਦੇ ਲੈਵਲ ਤੇ ਉਹ ਯੂਨੀਵਰਸਿਟੀ ਦੇ ਵਿੱਚ ਜਾ ਕੇ ਵਿਦਿਆਰਥੀ ਕਾਫੀ ਉੱਚੇ ਹੋ ਜਾਂਦੇ ਆ। ਉਹਨਾਂ ਦੇ ਕੋਲੋਂ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ। ਲੈਣ ਦੇਣ ਦੀ ਪ੍ਰਕਿਰਿਆ ਜਿਹੜੀ ਕੁਦਰਤ ਨੇ ਜਿਹੜੀ ਸਿਰਜੀ ਹੈ। ਬਿਲਕੁਲ। ਔਰ ਇਹਦੇ ਵਾਸਤੇ ਵੀ ਸਾਡੇ ਭਾਂਡੇ ਖਾਲੀ ਹੋਣੇ ਚਾਹੀਦੇ ਆ। ਹਮੇਸ਼ਾ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਵੱਡਾ, ਮੈਂ ਅਧਿਆਪਕ ਹਾਂ ਤੇ ਮੈਂ ਨਹੀਂ। ਇਹ ਕਦੀ ਵੀ ਮੇਰੇ ਮਨ ਦੇ ਵਿੱਚ ਕਦੀ ਵੀ ਨਹੀਂ ਆਇਆ ਸੀ। ਨਹੀਂ, ਮੈਂ ਤੁਹਾਡੇ ਲਈ ਹਾਂ, ਬਿਲਕੁਲ ਕੁਦਰਤੀ ਤੌਰ ਤੇ, ਕਿਉਂਕਿ ਅਸੀਂ ਮਨੁੱਖਾਂ ਤੇ ਅਸੀਂ ਇਹੋ ਜਿਹੀਆਂ ਗਲਤੀਆਂ ਕਰਦੇ ਹਾਂ। ਜਿਹੜਾ ਯੂਨੀਵਰਸਿਟੀ ਦਾ ਮਾਹੌਲ ਹੁੰਦਾ ਉੱਥੇ ਦੋਸਤਾਂ ਵਰਗਾ ਹੀ ਹੁੰਦਾ ਉਹ ਮਾਹੌਲ। ਉੱਥੇ ਕੋਈ ਡੰਡਾ ਮਾਰਨ ਵਾਲੀ ਤੇ ਗੱਲ ਨਹੀਂ ਹੁੰਦੀ। ਤੇ ਸਕੂਲਾਂ ਦੇ ਵਿੱਚ ਥੋੜਾ ਡਿਫਰੈਂਟ ਹੁੰਦਾ। ਤੇ ਪਿਆਰੇ ਦਰਸ਼ਕੋ, ਇਸ ਪਹਿਲੇ ਪੜਾਅ ਦੇ ਵਿੱਚ ਇਹ ਸਿਰਫ ਮੁੱਢਲਾ ਪੜਾਅ ਸੀ। ਇਸ ਤੋਂ ਅਗਲੇਰੇ ਪੜਾਅ ਦੇ ਵਿੱਚ ਹੁਣ ਅਸਲ ਦੇ ਵਿੱਚ ਡਾਕਟਰ ਅਜੀਤ ਕਮਲ ਹਮਦਰਦ ਹੋਰਾਂ ਦੇ ਕਾਰਜ ਖੇਤਰ ਦੀਆਂ ਗੱਲਾਂ ਬਾਤਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ। ਉਸ ਤੰਦ ਨੂੰ ਹੁਣ ਆਪਾਂ ਗੂੜਾ ਤੇ ਪੀੜਾ ਕਰਾਂਗੇ। ਵਕਤ ਇੱਕ ਛੋਟੇ ਜਿਹੇ ਵਕਫੇ ਦਾ ਹੋਇਆ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਸਾਹਿਤਕ ਤੰਦਾਂ ਤੇ ਅਸੀਂ ਅੱਜ ਦੀ ਜਿਹੜੀ ਤੰਦ ਪਾਈ ਹੈ
ਉਹ ਪਾਈ ਹੈ ਡਾਕਟਰ ਅਜੀਤ ਕੰਵਲ ਹਮਦਰਦ ਹੋਰਾਂ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਹਵਾਵਾਂ ਦੀ ਗੱਲ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ। ਹਾਂਜੀ। ਮੈਂ ਇੱਕ ਵਿਦਿਆਰਥੀ ਹੋਣ ਦੇ ਨਾਤੇ ਵੀ ਇਹ ਜਾਣਨਾ ਚਾਹੁੰਦਾ ਕਿ ਲਿਟਰੇਚਰ, ਸਾਹਿਤ, ਕਿਸੇ ਵੀ ਭਾਸ਼ਾ, ਕਿਸੇ ਵੀ ਵੰਨਗੀ, ਕਿਸੇ ਵੀ ਖੇਤਰ, ਕਿਸੇ ਵੀ ਖਿੱਤੇ ਦਾ ਹੋਵੇ, ਸਾਹਿਤ ਤੇ ਸਮਾਜ, ਇਹ ਆਪਸ ਦੇ ਵਿੱਚ ਇਹਨਾਂ ਦਾ ਕੀ ਰਿਸ਼ਤਾ ਹੈ ਜਾਂ ਕੀ ਰਿਸ਼ਤਾ ਹੋਣਾ ਚਾਹੀਦਾ ਜਾਂ ਕੀ ਹੁੰਦਾ ਹੈ? ਜੇ ਸੱਚ ਪੁੱਛੋ ਤਾਂ ਜੀਵਨ ਸਾਹਿਤ ਹੈ, ਜ਼ਿੰਦਗੀ ਸਾਹਿਤ ਹੈ, ਸਮਾਜ ਸਾਹਿਤ ਹੈ, ਤੇ ਸਾਹਿਤ ਹੀ ਸਮਾਜ ਹੈ, ਜ਼ਿੰਦਗੀ ਹੈ ਔਰ ਜੀਵਨ ਹੈ। ਇਸ ਨੂੰ ਸੌਖੇ ਤਰੀਕੇ ਨਾਲ ਜੇ ਆਪਾਂ ਦਰਸ਼ਕਾਂ ਨੂੰ ਸਮਝਾਈਏ ਤਾਂ ਸਮਾਜ ਦੇ ਵਿੱਚ ਜੋ ਕੁਝ ਵੀ ਘਟਨਾਵਾਂ ਵਾਪਰਦੀਆਂ, ਜੀ, ਹਰ ਇੱਕ ਵਿਅਕਤੀ ਦਾ ਸੋਚਣ ਦਾ, ਸਮਝਣ ਦਾ ਵੱਖਰਾ ਵੱਖਰਾ ਅੰਦਾਜ਼ ਹੋਇਆ ਕਰਦਾ ਹੈ। ਜੀ, ਉਹਦੀ ਫਰਕ ਸਮਝ ਜਿਹੜੀ ਹੈਗੀ ਆ ਉਹ ਫਰਕ ਸਮਝ ਹੈਗੀ। ਜੀ, ਬਿਲਕੁਲ। ਜੇ ਸਾਰਾ ਕੁਝ ਇੱਕੋ ਹੀ ਹੁੰਦਾ ਹੂੰ ਤਾਂ ਫਿਰ ਸ਼ਾਇਦ ਇੰਨੇ ਮਨੁੱਖ ਨਾ ਹੁੰਦੇ, ਹੂੰ ਹੂੰ ਇੰਨੀਆਂ ਸ਼ਕਲਾਂ ਨਾ ਹੁੰਦੀਆਂ। ਹੂੰ ਹਰ ਇੱਕ ਵਿਅਕਤੀ ਦੇ ਵਿੱਚ ਆਪਣੇ ਆਪਣੇ ਗੁਣ, ਅਵਗੁਣ, ਸਾਰਾ ਕੁਝ ਭਰਿਆ ਹੁੰਦਾ। ਹੂੰ ਚੀਜ਼ਾਂ ਦੀ ਸਮਝ ਆਉਣੀ, ਹੂੰ ਘੱਟ ਆਉਣੀ, ਵੱਧ ਆਉਣੀ, ਨਾ ਆਉਣੀ, ਨਾ ਹੋਣੇ, ਇਹ ਸਾਰਾ ਕੁਝ ਉਹਦੀ ਸਮਝ ਦੇ ਉੱਤੇ ਨਿਰਭਰ ਕਰਦਾ। ਨਿਰਧਾਰਿਤ ਹੈ। ਜੀ, ਹੁਣ ਹਰ ਇੱਕ ਵਿਅਕਤੀ ਸਮਾਜ ਦੇ ਵਿੱਚ ਘਟਣ ਵਾਲੀਆਂ ਘਟਨਾਵਾਂ ਨੂੰ ਆਪਣੇ ਲਿਹਾਜ਼ ਨਾਲ ਸਮਝਦਾ ਹੈ, ਵੇਖਦਾ ਹੈ, ਪਰਖਦਾ ਹੈ। ਜੀ, ਬਿਲਕੁਲ। ਉਹਨੇ ਜੋ ਵੇਖਿਆ, ਸਮਝਿਆ, ਪਰਖਿਆ ਹੁੰਦਾ ਹੈ, ਉਹ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਨੂੰ ਮੋੜਦਾ ਹੈ। ਹੂੰ ਉਹਦਾ ਮੋੜਨ ਦਾ ਜਿਹੜਾ ਢੰਗ ਹੈ, ਹੂੰ ਉਹਨੂੰ ਅਸੀਂ ਕਿਉਂਕਿ ਮੈਂ ਕਮਿਊਨੀਕੇਸ਼ਨ ਦਾ ਵਿਦਿਆਰਥੀ ਹਾਂ, ਜੀ, ਅਸੀਂ ਉਹਨੂੰ ਕਮਿਊਨੀਕੇਸ਼ਨ ਦੇ ਨਾਲ ਹੀ ਮਿਲਾ ਕੇ ਦੇਖਦੇ ਹਾਂ ਜੀ, ਜੀ, ਕਿ ਬਿਲਕੁਲ। ਇਹ ਸੰਚਾਰ, ਬਿਲਕੁਲ। ਉਹਨੇ ਕਿਹੜੇ ਮਾਧਿਅਮ ਨਾਲ ਉਹ ਚੀਜ਼ ਸਮਾਜ ਨੂੰ ਵਾਪਸ ਦਿੱਤੀ, ਹੂੰ ਕਿਸ ਤਰੀਕੇ ਨਾਲ ਦਿੱਤੀ, ਹੂੰ ਕਿੰਨੀ ਸ਼ਿੱਦਤ ਨਾਲ ਦਿੱਤੀ, ਹੂੰ ਤੇ ਕਿੰਨੇ ਤੀਬਰਤਾ ਨਾਲ ਦਿੱਤੀ, ਤੀਬਰਤਾ ਨਾਲ। ਉਹਦੀ ਕਿੰਨੀ ਚੁਭਨ ਹੋਈ, ਹੂੰ ਉਹਦਾ ਕਿੰਨਾ ਅਹਿਸਾਸ ਹੋਇਆ, ਹੂੰ ਇੰਪੈਕਟ। ਬਿਲਕੁਲ, ਹਾਂਜੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸਾਹਿਤ ਦਾ ਹੀ ਹਿੱਸਾ ਹੈ, ਹੂੰ ਵੰਨਗੀਆਂ ਦਾ ਹਿੱਸਾ ਹੈ। ਹੂੰ। ਅਲੱਗ-ਅਲੱਗ ਨਾਟਕ ਹੋ ਗਿਆ, ਬਿਲਕੁਲ। ਕਵਿਤਾ ਹੋ ਗਈ, ਕਹਾਣੀ ਹੋ ਗਈ, ਕਹਾਣੀਆਂ ਦੇ ਵਿੱਚ ਅੱਗੇ ਮਿੰਨੀ ਕਹਾਣੀ ਹੋ ਹੂੰ। ਗਈ, ਕਵਿਤਾ ਲੰਮੀ ਦੇ ਵਿੱਚ ਕਹਾਣੀ ਛੋਟੀ ਹੋ ਆ ਗਈ, ਛੋਟੀ ਹਾਈਕੂ ਆ ਗਈ ਕਹਾਣੀ ਅੱਜ ਕੱਲ੍ਹ ਤਾਂ। ਬਿਲਕੁਲ ਬਿਲਕੁਲ ਜੀ। ਉਹ ਆ ਗਈ। ਹੂੰ। ਤੇ ਜੇ ਮੇਰੇ ਤੋਂ ਪੁੱਛੋ, ਮੈਂ ਇੱਕ ਦੋ ਹਰਫੀ ਸਟਾਰਟ ਕੀਤੀ ਹੋਈ ਹੈ। ਆਪਾਂ ਕੁਝ ਉਹਦੀ ਸਾਂਝੀ ਪਾ ਲੈਂਦੇ ਆ ਜੀ, ਦੋ ਹਰਫੀ ਦੀ। ਦੋ ਹਰਫੀ ਦੇ ਵਿੱਚ ਸਿਰਫ ਨਿੱਕੀ ਜੀ ਗੱਲ ਕਹਿਣੀ ਹੈ, ਹੂੰ ਦੋ ਹਰਫਾਂ ਦੇ ਵਿੱਚ। ਜੀ, ਇਸ ਤਰ੍ਹਾਂ ਮੇਰਾ ਉਹ ਸਬਜੈਕਟ ਰਿਹਾ, ਉਹਦੇ ਉੱਤੇ ਮੈਂ ਬਕਾਇਦਾ ਇੱਕ ਲੋਗੋ ਬਣਾਇਆ ਹੋਇਆ ਹੈ। ਨਹੀਂ, ਦੋ ਹਰਫੀ ਦਾ ਤੁਸੀਂ ਆਪਾਂ ਉਹਦੀ ਸਾਂਝ ਵੀ ਪਾ ਸਕਦੇ ਹਾਂ। ਮੈਂ ਦੋ ਹਰਫੀ ਵੀ ਹੁਣੇ ਹੀ ਪੇਸ਼ ਕਰਾਂਗਾ ਜੀ। ਤੇ ਸਾਹਿਤ ਜਿਹੜਾ ਹੈਗਾ ਆ, ਉਹ ਸ਼ੀਸ਼ਾ ਵੀ ਵਿਖਾਉਂਦਾ ਹੈ ਹੂੰ ਹੂੰ ਸਮਾਜ ਨੂੰ, ਤੇ ਸਮਾਜ ਨੂੰ ਰਸਤਾ ਵੀ ਦੱਸਦਾ ਹੈ। ਹੂੰ ਤੁਹਾਡੇ ਪ੍ਰੋਗਰਾਮ ਦਾ ਨਾਮ ਹੈਗਾ ਸਾਹਿਤਕ ਤੰਦਾਂ। ਜੀ। ਅਸਲ ਦੇ ਵਿੱਚ ਸਾਹਿਤ ਦੀਆਂ ਕੋਈ ਤੰਦਾਂ ਨਹੀਂ ਹੁੰਦੀਆਂ। ਹੂੰ। ਸਾਹਿਤ ਆਪਣੇ ਆਪ ਵਿੱਚ ਇੱਕੋ ਹੀ ਤੰਦ ਹੈ, ਇੱਕੋ ਤੰਦ। ਔਰ ਇਹ ਇਹੋ ਜਿਹੀ ਤੰਦ ਹੈ ਜਿਨੇ ਪੂਰੀ ਕਾਇਨਾਤ ਨੂੰ ਆਪਣੇ ਬਗਲ ਦੇ ਵਿੱਚ ਬਗਲ ਦੇ ਲਿਆ ਵਿੱਚ ਹੋਇਆ ਹੈ। ਉਹ ਸਾਰੀ ਦੀ ਸਾਰੀ ਉਹਦੇ ਆਲੇ ਦੁਆਲੇ ਬਗਲੀ ਹੋਈ ਹੈ। ਬਗਲੀ ਹੋਈ। ਉਹ ਜਿਹੜੀ ਤੰਦ ਹੈਗੀ ਹੈ, ਹੂੰ ਉਸ ਤੰਦ ਦੇ ਵਿੱਚ ਅਸੀਂ ਜਿਹੜੇ ਹਾਂ, ਹੂੰ ਅਸੀਂ ਮਾਨੇ ਜੀ। ਸੁਣਨ ਵਾਲਾ, ਵੇਖਣ ਵਾਲਾ, ਦਰਸ਼ਕ, ਅਸੀਂ ਬਤੌਰ ਗੱਲ ਕਰਨ ਵਾਲੇ ਵੀ, ਬਤੌਰ ਗੱਲ ਕਰਨ ਵਾਲੇ ਵੀ, ਤੇ ਇੱਕ ਲੇਖਕ ਵੀ, ਲੇਖਕ ਵੀ। ਅਸੀਂ ਸਾਰੇ ਉਹਦਾ ਇੱਕ ਨਾ ਹਿੱਸਾ ਹੈਗੇ। ਬਿਲਕੁਲ। ਔਰ ਉਹ ਸਾਰੇ ਹਿੱਸੇ ਜਿਹੜੇ ਹੈਗੇ ਆ ਆਪਸ ਦੇ ਵਿੱਚ ਇੰਨੇ ਸ਼ਿੱਦਤ ਨਾਲ ਜੁੜੇ ਹੋਏ ਆ ਹੂੰ ਕਿ ਉਹਨਾਂ ਨੂੰ ਵੱਖ ਕਰਕੇ ਸੋਚਿਆ ਹੀ ਨਹੀਂ ਜਾ ਸਕਦਾ। ਹੂੰ। ਜੇ ਲੇਖਕ ਹੈ ਹੂੰ ਤਾਂ ਜੇ ਪਾਠਕ ਨਹੀਂ ਹੈ ਤਾਂ ਲੇਖਕ ਦਾ ਹੋਣਾ ਹੀ ਨਹੀਂ, ਵਜੂਦ ਹੀ ਨਹੀਂ, ਵਜੂਦ ਹੀ ਨਹੀਂ, ਉਹਦਾ ਹੋਣਾ ਹੀ ਕੁਝ। ਤੇ ਜੇ ਲੇਖਕ ਸਿਰਫ ਪਾਠਕ ਹੈ, ਲੇਖਕ ਨਹੀਂ ਹੈ, ਲੇਖਕ ਨਹੀਂ ਹੈ, ਉਹ ਪਾਠਕ ਨੇ ਹੀ ਕਿਤੇ ਨਾ ਕਿਤੇ ਲੇਖਕ ਬਣਨਾ ਹੈ। ਬਣਨਾ ਹੈ। ਬਿਲਕੁਲ। ਲੇਖਕ ਤੋਂ ਬਿਨਾ ਇਹ ਮੁਕੰਮਲ ਹੀ ਨਹੀਂ ਹੈ। ਨਹੀਂ ਹੈ। ਸ੍ਰਿਸ਼ਟੀ ਨਹੀਂ ਹੈ ਮੁਕੰਮਲ। ਹੂੰ ਜੇ ਇਹ ਕਿਹਾ ਜਾਏ, ਕਿਆ ਬਾਤ ਹੈ। ਸਾਹਿਤ ਦੀ ਸ੍ਰਿਸ਼ਟੀ ਜਿਹੜੀ ਹੈਗੀ ਆ, ਉਹ ਇਸ ਤਰੀਕੇ ਦੇ ਨਾਲ ਲੇਖਕ, ਪਾਠਕ, ਸਾਹਿਤਕ ਤੰਦ ਹੂੰ ਤੇ ਪੂਰੀ ਦੀ ਪੂਰੀ ਲੁਕਾਈ, ਪੂਰੀ ਦੀ ਪੂਰੀ ਲੁਕਾਈ। ਇਹ ਸਾਰੀ ਆਪਸ ਦੇ ਵਿੱਚ ਇੱਕ ਮਿਕ ਹੈ। ਹੂੰ ਸਿਰਫ ਇਹਨੂੰ, ਅੱਛਾ, ਇਹਦੇ ਵਿੱਚ ਹੋਰ ਵੀ ਚੀਜ਼ ਆ ਜਾਂਦੀ ਹੈ। ਜੀ। ਇੱਕ ਸਾਡੀ ਆ ਗਈ, ਅਸੀਂ ਸਾਹਿਤ ਹੈ ਜਿਹੜਾ ਸਪਾਟ ਸਾਹਿਤ ਹੈ। ਜੀ।
ਜਿਹੜਾ ਜਿਹੜਾ ਸਿੱਧੇ ਤੌਰ ਤੇ ਆਮ ਲੋਕ ਜਿਹਨੂੰ ਸੌਖੇ ਰੂਪ ਚ ਪੜ੍ਹ ਲੈਂਦੇ ਆ। ਉਹਦੇ ਵਿੱਚ ਕਈ ਵਾਰੀ ਸਾਨੂੰ ਮਕਸਦ ਸਪਸ਼ਟ ਨਹੀਂ ਹੁੰਦਾ। ਜੀ ਬਿਲਕੁਲ। ਉਹਦੇ ਵਿੱਚ ਜਸਟ ਐਂਟਰਟੇਨਮੈਂਟ ਹੁੰਦਾ। ਹੂੰ ਪਰ ਲੇਖਕ ਨੇ ਉਸ ਐਂਟਰਟੇਨਮੈਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਲੁਕੋ ਕੇ ਕੋਈ ਨਾ ਕੋਈ ਇਹੋ ਜਿਹੀ ਗੁੱਝੀ ਗੱਲ ਕੀਤੀ ਹੁੰਦੀ ਹੈ। ਜੇ ਇੱਕ ਦਿਮਾਗ ਨਹੀਂ ਉਹਨੂੰ ਫੜ ਸਕਿਆ ਤੇ ਦੂਸਰਾ ਫੜੇਗਾ ਸਮਝ ਦੇ ਲੈਵਲ ਤੇ। ਬਿਲਕੁਲ ਠੀਕ ਹੈ। ਇਹ ਉਹੀ ਸ਼ੁਰੂਆਤ ਜਿਹੜੀ ਤੁਸੀਂ ਗੱਲ ਸਮਝ ਦੇ ਲੈਵਲ ਤੇ ਪਹਿਲਾਂ ਸ਼ੁਰੂਆਤ ਕੀਤੀ। ਬਿਲਕੁਲ। ਕੁਛ ਨਾ ਕੁਛ ਉਹਨੇ ਮੈਸੇਜ ਜਾਂ ਡੂੰਘੀ ਗੱਲ ਚੋਟ ਮਾਰੀ ਹੁੰਦੀ ਹੈ। ਬਿਲਕੁਲ। ਔਰ ਇਹਦੀਆਂ ਅੱਗੇ ਮੇਰੀ ਸਮਝ ਦੇ ਅਕੋਰਡਿੰਗਲੀ ਜਾਂ ਮੈਂ ਕਹਿ ਲਓ ਮੈਂ ਇੱਕ ਡੈਫੀਨੇਸ਼ਨ ਦਿੱਤੀ ਹੋਈ ਹੈ। ਉਹਦੇ ਵਿੱਚ ਇੱਕ ਵਿਸ਼ਾ ਵਸਤੂ ਹੈ ਮੇਰੇ ਕੋਲ ਜਿਹਦੇ ਆਲੇ ਦੁਆਲੇ ਸਾਰੇ ਦਾ ਸਾਰਾ ਇਹ ਸਾਹਿਤ ਚੱਲਦਾ ਹੈ। ਤੇ 3 ਹਿੱਸਿਆਂ ਦੇ ਵਿੱਚ ਮੈਂ ਉਹਨੂੰ ਵੰਡ ਕੇ ਦੇਖਦਾ। ਮਸਲਨ ਕਿਦਾਂ? ਸਭ ਤੋਂ ਪਹਿਲੇ ਤੇ ਜਿਹੜਾ ਵਿਸ਼ਾ ਵਸਤੂ ਹੈ ਸਾਹਿਤ ਦਾ ਜੀ ਉਹ ਸਿਰਫ ਤੇ ਸਿਰਫ ਹੱਕ ਹੈ। ਸਾਰੀ ਜਿਹੜੀ ਕਹਾਣੀ ਘੁੰਮਦੀ ਹੈ ਉਹ ਹੱਕ ਦੇ ਆਲੇ ਦੁਆਲੇ ਘੁੰਮਦੀ। ਤੁਸੀਂ ਕੋਈ ਵੀ ਵਿਸ਼ਾ ਲੈ ਲਓ ਜੀ, ਸਮਾਜਿਕ ਲੈ ਲਓ, ਕੋਈ ਕਹਾਣੀ ਲੈ ਲਓ, ਕੋਈ ਪੇਸ਼ਕਾਰੀ ਲੈ ਲਓ, ਉੱਥੇ ਉਹ ਹੱਕ ਨਾਲ ਜੁੜਦੀ ਹੈ। ਹੱਕ ਦਾ ਪੂਰਾ ਹੋਣਾ ਜੀ, ਹੱਕ ਦਾ ਅਧੂਰਾ ਰਹਿਣਾ, ਹੱਕ ਦਾ ਮਾਰਿਆ ਜਾਣਾ, ਹੱਕ ਦਾ ਚੋਰੀ ਹੋਣਾ, ਕਿਸੇ ਦੇ ਹੱਕ ਦੇ ਉੱਤੇ ਡਾਕਾ ਵੱਜਣਾ। ਬਿਲਕੁਲ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹ ਕੋਈ ਵੀ ਜੀਵਨ ਹੈ ਜੀ ਉਹਦਾ ਮੂਲ ਇਹੀ ਹੈ। ਔਰ ਜੇ ਜੀਵਨ ਦਾ ਮੂਲ ਇਹ ਹੈ ਤਾਂ ਸਾਹਿਤ ਦਾ ਮੂਲ ਵੀ ਇਹੋ ਹੈ। ਬਿਲਕੁਲ ਸਹੀ। ਤੁਸੀਂ ਬਹੁਤ ਕਮਾਲ ਦਾ ਪਿਆਰੇ ਦਰਸ਼ਕੋ ਕਿ ਵਿਸ਼ਾ ਵਸਤੂਆਂ ਦੇ ਵਿੱਚੋਂ ਇੱਕ ਜਿਹੜੀ ਪਹਿਲੀ ਗੱਲ ਮੈਨੂੰ ਸਰਦੀ ਗੱਲ ਤੋਂ ਹੀ ਉਹ ਗੱਲ ਯਾਦ ਆਉਂਦੀ ਹੈ ਕਿ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਉਹ ਹੱਕ ਦੀ ਹੀ ਗੱਲ ਸੀ, ਹਕੂਕ ਦੇ ਮਾਰੇ ਜਾਣੇ ਦੀ ਹੀ ਗੱਲ ਸੀ, ਜਾਂ ਹਕੂਕ ਦੇ ਖੋਏ ਜਾਣ ਦੀ ਹੀ ਗੱਲ ਸੀ। ਜੀ ਉਹਦੇ ਅਗਲੇ ਪੜਾਅ ਦੇ ਵਿੱਚ ਕੀ ਹੁੰਦਾ ਸਰ? ਉਹਦੇ ਅਗਲੇ ਪੜਾਅ 'ਚ ਮੈਂ ਕੁਝ ਲਿਖਿਆ ਜੀ। ਮੈਂ ਆਪਣੇ ਨਿੱਜ ਤੋਂ ਸ਼ੁਰੂ ਕੀਤਾ। ਨਿੱਜ ਤੋਂ ਇਸ ਕਰਕੇ ਸ਼ੁਰੂ ਕੀਤਾ ਕਿ ਸਭ ਤੋਂ ਕਰੀਬ ਮੇਰੇ ਕੋਲ ਮੇਰਾ ਹੀ ਨਿੱਜ ਹੈ। ਤੁਸੀਂ ਮੇਰੇ ਤੋਂ ਦੂਰ ਹੋ। ਤੁਹਾਡੀ ਪੀੜ ਮੈਂ ਉਸ ਵੇਲੇ ਮਹਿਸੂਸ ਕਰ ਸਕਾਂਗਾ ਜਦੋਂ ਮੈਂ ਖੁਦ ਉਸ ਪੀੜ ਦੇ ਵਿੱਚੋਂ ਕਿਤੇ ਨਾ ਕਿਤੇ ਗੁਜ਼ਰਿਆ ਹੋਵਾਂਗਾ। ਬਿਲਕੁਲ। ਜਾਂ ਮੈਂ ਇੰਨਾ ਕੁ ਵਿਸ਼ਾਲ ਹਿਰਦੇ ਹੋਵਾਂ ਜਾਂ ਇੰਨਾ ਕੁ ਇੱਥੋਂ ਚਾਨਣ ਹੋਵੇ ਜੀ ਕਿ ਮੈਂ ਤੁਹਾਡੀ ਗੱਲ ਸੁਣ ਕੇ ਤੁਹਾਡੀ ਪੀੜ ਦੇਖ ਕੇ ਉਸ ਪੀੜ ਨੂੰ ਮਹਿਸੂਸ ਕਰ ਲਿਆ ਤੇ ਮੈਂ ਉਸ ਪੀੜ ਦੇ ਵਹਿਣ 'ਚ ਵਹਿ ਗਿਆ ਤੇ ਮੈਂ ਕੋਈ ਰਚਨਾ ਇਹੋ ਜਿਹੀ ਕਰ ਦਿੱਤੀ ਜਿਹਦੇ ਵਿੱਚ ਉਸ ਸਾਰੀ ਪੀੜ ਨੂੰ ਸਮੇਟ ਲਿਆ। ਬਿਲਕੁਲ। ਮੈਂ ਇੰਨਾ ਨਹੀਂ, ਮੈਂ ਬਹੁਤ ਹੇਠਲੀ ਪੱਧਰ ਦਾ ਜੀ ਵਿਅਕਤੀ। ਮੈਂ ਆਪਣੇ ਨਿੱਜ ਨੂੰ ਲਿਆ ਜੀ। ਉਹ ਮੇਰਾ ਨਿੱਜ ਜਿਸ ਕਿਸੇ ਹੋਰ ਦਾ ਨਿੱਜ ਬਣੇਗਾ ਉਹ ਉਹਦੇ ਲਈ ਥੋੜਾ ਜਿਹਾ ਮੱਲਮ ਦਾ ਕੰਮ ਕਰੇਗਾ, ਜੁੜਾਅ ਮਹਿਸੂਸ ਕਰਕੇ ਮੱਲਮ ਦਾ ਕੰਮ ਕਰੇਗਾ। ਉਹ ਕਹੇਗਾ ਕਿ ਮੈਂ ਇਕੱਲਾ ਨਹੀਂ ਇਸ ਪੀੜ ਚੋਂ ਨਿਕਲ ਰਿਹਾ, ਇਹ ਬੰਦਾ ਵੀ ਨਿਕਲ ਰਿਹਾ, ਇਹਨੇ ਆ ਲਿਖਿਆ। ਉਹ ਆਪਣੇ ਆਪ ਨੂੰ ਮੇਰੇ ਨਾਲ ਜੁੜਿਆ ਆ ਮਹਿਸੂਸ ਕਰੇਗਾ। ਮੇਰੇ ਨਾਲ ਮਾਨੇ ਉਹ ਲਿਖਤ ਨਾਲ ਤਾਂ ਹੀ ਉਹ ਲੋਕਾਈ ਦੀ ਚੀਜ਼, ਉਹ ਸਬਜੈਕਟ ਨਾਲ 1 2 3 4 5 ਇਹ ਸਾਰੇ ਇੱਕ ਸਮਾਜ ਦੀ ਸਿਰਜਣਾ ਕਰਦੇ ਜੀ। ਜਦੋਂ ਉਹ ਸਮਾਜ ਦੀ ਸਿਰਜਣਾ ਉਹ ਪੀੜ ਸਮਾਜ ਦੀ ਪੀੜ ਬਣ ਜਾਂਦੀ ਹੈ, ਇਹਦਾ ਦੂਸਰਾ ਪੜਾਅ ਜਿਹੜਾ ਹੈਗਾ ਆ ਉਹ ਸ਼ੁਰੂ ਹੋ ਜਾਂਦਾ। ਮੈਨੂੰ ਅਹਿਸਾਸ ਹੁੰਦਾ ਹੈ ਕਿ ਨਹੀਂ ਇਹ ਮੇਰੀ ਨਿੱਜ ਦੀ ਨਹੀਂ ਹੈ, ਇਹ ਤਾਂ ਸੁਸਾਇਟੀ ਦੀ, ਲੋਕਾਂ ਦੀ ਪੀੜ ਹੈਗੀ ਹੈ। ਮੈਂ ਉਸ ਪੀੜ ਨੂੰ ਹੁਣ ਹੋਰ ਸ਼ਿੱਦਤ ਨਾਲ ਮਹਿਸੂਸ ਕਰਾਂਗਾ ਤੇ ਮੈਂ ਉਸ ਪੀੜ ਦੇ ਵਿੱਚੋਂ ਆਪਣੇ ਆਪ ਨੂੰ ਤੇ ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਈ ਨਾ ਕੋਈ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਾਂ। ਉਹ ਜਿਹੜਾ ਰਸਤਾ ਹੈ ਉਹ ਸਾਹਿਤ ਦਾ ਦੂਸਰਾ ਪੜਾਅ ਹੋ ਜਾਂਦਾ ਹੈ, ਜਦੋਂ ਸਬਜੈਕਟ ਜਿਹੜਾ ਹੈਗਾ ਆ ਉਹ ਇੱਕ ਨਿੱਜ ਨਹੀਂ ਰਹਿ ਜਾਂਦਾ, ਉਹ ਲੋਕਾਂ ਦਾ ਸਮੂਹ ਬਣ ਜਾਂਦਾ। ਸਰ ਮੇਰੇ ਕੋਲ ਨਾ ਵਕਤ ਨੇ ਇਸ ਵਕਤ ਕਿਹਾ ਕਿ ਥੋੜਾ ਜਿਹਾ ਰੋਕਣਾ ਪੈਣਾ। ਪਿਆਰੇ ਦਰਸ਼ਕੋ,
ਇੰਨੇ ਕੁ ਗੰਭੀਰ ਔਰ ਇੰਨੇ ਕੁ ਸਹਿਜ ਵਿਸ਼ੇ ਦੇ ਵਿੱਚੋਂ ਨਿਕਲ ਰਹੇ ਹਾਂ। ਮੈਂ ਗੰਭੀਰ ਤੇ ਸਹਿਜ ਦੋਵੇਂ ਚੀਜ਼ਾਂ ਇਸ ਕਰਕੇ ਜੋੜੀਆਂ ਨੇ ਕਿ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਬਣਨਗੀਆਂ। ਪਰ ਇਸ ਗੱਲਬਾਤ ਦੇ ਵਿੱਚੋਂ ਜਦੋਂ ਵਕਤ ਕਹਿੰਦਾ ਕਿ ਰੁਕਣ ਦਾ ਸਮਾਂ ਹੋਇਆ ਤਾਂ ਫਿਰ ਰੁਕ ਜਾਣਾ ਚਾਹੀਦਾ। ਰੁਕਦੇ ਹਾਂ, ਅਗਲੇਰੇ ਪੜਾਅ ਦੇ ਵਿੱਚ ਇਸੇ ਸਿਲਸਿਲੇ ਨੂੰ ਫਿਰ ਤੋਂ ਤੁਹਾਡੇ ਨਾਲ ਸਾਂਝਾ ਕਰਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਵਕਤ ਸਾਡੇ ਕੋਲ ਬਹੁਤ ਘੱਟ ਹੈ ਤੇ ਉਸ ਘੱਟ ਵਕਤ ਦੇ ਵਿੱਚ ਹੀ ਅਸੀਂ ਮੁੜ ਤੋਂ ਤੰਦ ਨੂੰ ਜੋੜਦੇ ਹਾਂ। ਤੇ ਮੈਂ ਸਰ ਦੀ ਗੱਲ ਤੇ ਅਮਲ ਕਰ ਲਿਆ। ਸਾਹਿਤਕ ਤੰਦਾਂ ਨਹੀਂ, ਸਾਹਿਤ ਦੀ ਤੰਦ ਹੈ ਸਾਡੀ ਇਹ। ਸਰ ਜੀ ਮੁੜ ਤੋਂ ਸਵਾਗਤ ਹੈ। ਗੱਲਾਂ ਬਾਤਾਂ ਦੇ ਵਿੱਚ ਵਕਤ ਮੈਂ ਜ਼ਾਇਆ ਨਹੀਂ ਕਰਨਾ ਚਾਹੁੰਦਾ। ਜਿਸ ਵਿਸ਼ਾ ਵਸਤੂ ਦੇ ਉੱਤੇ ਆਪਾਂ ਚੱਲ ਰਹੇ ਸੀ, ਸਮਾਜਿਕ ਤੌਰ ਦੇ ਉੱਤੇ ਜਦੋਂ ਪ੍ਰਵਾਨ ਹੁੰਦੀ ਹੈ, ਲੋਕਾਂ ਨੂੰ ਲੱਗਦਾ ਕਿ ਸਾਡੀ ਪੀੜ, ਸਾਡੀ ਗੱਲ ਕਿਸੇ ਇੱਕ ਨੇ ਆਪਣੀ ਰਚਨਾ ਦੁਆਰਾ ਕੀਤੀ। ਉਸ ਤੋਂ ਬਾਅਦ ਤੁਸੀਂ ਹੀ ਗੱਲ ਕਰ ਰਹੇ ਸੀ ਕਿ ਜਦੋਂ ਉਹ ਮੌਨ ਜਾਂ ਚੁੱਪ ਦੇ ਵਿੱਚ ਚਲੀ ਜਾਂਦੀ ਹੈ ਤਾਂ ਸ਼ਾਇਦ ਉਹ ਅਧਿਆਤਮ ਦਾ ਰੂਪ ਧਾਰਨ ਕਰਦੀ ਹੈ। ਸਮਾਂ ਇਹਦੇ ਵਿੱਚ ਜਿਹੜਾ ਹੈ, ਜੇ ਤਾਂ ਮੈਂ ਲੋਕਾਂ ਦੀ ਗੱਲ ਕੀਤੀ, ਪਰ ਉਹ ਲੋਕਾਂ ਦੀ ਗੱਲ ਮੈਂ ਇਹ ਮੰਨ ਕੇ ਕੀਤੀ ਕਿ ਮੇਰੀ ਜਿੰਨੀ ਉਮਰ ਹੈ ਸ਼ਾਇਦ ਉਹ ਉਨਾ ਹੀ ਹੈ। ਟਾਈਮ ਪੀਰੀਅਡ ਜ਼ੋਨ ਵਿੱਚ ਲਿਆ ਮੈਂ, ਤੇ ਉਹ ਮੈਂ ਦੁਨਿਆਵੀ ਕਰਕੇ। ਓ ਵੈਰੀ ਗੁੱਡ। ਤੇ ਜਦੋਂ ਮੈਂ ਉਸ ਸਮੇਂ ਦੇ ਵਿੱਚੋਂ ਨਿਕਲ ਜਾਵਾਂਗਾ ਤੇ ਸ੍ਰਿਸ਼ਟੀ ਦੇ ਕੁੱਲ ਸਮੇਂ ਨੂੰ ਉਸ ਸਮੇਂ ਦੇ ਨਾਲ ਉਹਦਾ ਤੋਲ ਮੋਲ ਕਰੂੰਗਾ ਔਰ ਫਿਰ ਜੇ ਗੱਲ ਕਰਾਂਗਾ, ਮੈਂ ਨਹੀਂ ਕਰੂੰਗਾ ਜੀ ਜੀ ਜੀ, ਮਤਲਬ ਜਿਹੜਾ ਇਨਸਾਨ ਕਰੇਗਾ ਉਹ ਅਸਲ ਦੇ ਵਿੱਚ ਅਧਿਆਤਮ ਵੱਲ ਚਲਾ ਗਿਆ। ਕੀ ਇਸ ਦੀ ਇੱਕ ਉਦਾਹਰਨ ਸਾਡੇ ਕੋਲ, ਮਤਲਬ ਜੇ ਮੈਂ ਦੁਨਿਆਵੀ ਤੌਰ ਤੇ ਗੱਲ ਕਰਾਂ, ਸਾਡੇ ਕੋਲ ਤੁਸੀਂ ਬਾਬਾ ਨਾਨਕ ਦੀ ਗੱਲ ਕੀਤੀ ਹੈ, ਜੀ ਜੀ, ਉਹ ਅਧਿਆਤਮਵਾਦ ਸੀ ਜੀ। ਅਸੀਂ ਬੁੱਧਾ ਦੀ ਗੱਲ ਕਰਦੇ ਹਾਂ। ਹੁਣ ਬੁੱਧਾ ਨੇ ਬਚਪਨ ਦੇ ਵਿੱਚ ਇੱਕ ਪੀੜ ਵੇਖੀ, ਉਸ ਪੀੜ ਨੇ ਉਹਨਾਂ ਨੂੰ ਵਿਚਲਿਤ ਕੀਤਾ। ਬਿਲਕੁਲ। ਉਹ ਚਲੇ ਗਏ ਘਰ-ਬਾਰ ਛੱਡ ਕੇ। ਸਿਧਾਰਥ ਚਲਾ ਗਿਆ। ਸਿਧਾਰਥ ਦੀ ਦਰਦ ਸੀ। ਸਿਧਾਰਥ ਨੇ ਇੱਕ ਐਕਸਰਸਾਈਜ਼ ਕੀਤੀ, ਉਹਦੇ ਵਿੱਚ ਸ਼ਾਇਦ ਕੁਦਰਤ ਨਾਲ ਗੱਲਾਂ ਕੀਤੀਆਂ, ਰੱਬ ਨਾਲ ਗੱਲਾਂ ਕੀਤੀਆਂ, ਕਈ ਤਰ੍ਹਾਂ ਦਾ ਐਕਸਪੀਰੀਅੰਸ ਕੀਤਾ ਜੀ। ਤੇ ਬੁੱਧ ਬਣ ਕੇ ਜਦੋਂ ਉਹ ਵਾਪਸ ਆਏ, ਫਿਰ ਉਹ ਬੁੱਧ ਆਪਣੇ ਲਈ ਨਹੀਂ ਸੀ। ਸਿਧਾਰਥ ਆਪਣੇ ਲਈ ਸੀ, ਬੁੱਧ ਲੋਕਾਂ ਦਾ ਹੋ ਗਿਆ। ਔਰ ਉਹ ਲੋਕਾਂ ਦਾ ਸਿਰਫ ਇੰਨਾ ਨਹੀਂ ਕਿ ਜਿੰਨੀ ਦੇਰ ਮਹਾਤਮਾ ਬੁੱਧ ਦਾ ਜੀਵਨ ਸੀਗਾ ਉਹਨੇ ਲਈ, ਉਹ ਉਸ ਸਮੇਂ ਤੋਂ ਪਰੇ ਦੀ ਗੱਲ ਹੋ ਗਈ ਔਰ ਉਹ ਅੱਜ ਵੀ ਉਨਾ ਹੀ ਰੈਲੇਵੈਂਟ ਹੈ। ਉਹ ਬਿਲਕੁਲ, ਔਰ ਅੱਗੇ ਵੀ ਰਹਿਣਗੇ। ਬਿਲਕੁਲ, ਉਹ ਰਹਿੰਦੀ ਦੁਨੀਆ ਤੱਕ ਉਹ ਚੀਜ਼ਾਂ ਜਿਹੜੀਆਂ ਆ, ਉਹ ਉਹਨਾਂ ਦੀਆਂ ਸਿੱਖਿਆਵਾਂ, ਬਾਬਾ ਨਾਨਕ ਦੀਆਂ ਉਸੇ ਕਰਕੇ ਗੱਲਾਂ, ਸਿੱਖਿਆਵਾਂ। ਜੇ ਸੁਕਰਾਤ, ਸਰ ਮਾਫ ਕਰਨਾ ਮੈਂ ਤੁਹਾਡੀ ਗੱਲ ਟੋਕ ਰਿਹਾ, ਜੇ ਸੁਕਰਾਤ ਇਹ ਗੱਲ ਸੋਚ ਲੈਂਦੇ ਕਿ ਜੋ ਗੱਲਾਂ ਉਹ ਕਰ ਰਹੇ, ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਨਿਕਲ ਜਾਓ ਇੱਥੋਂ, ਏਥਨਸ ਚੋਂ ਤੁਸੀਂ ਬਾਹਰ ਚਲੇ ਜਾਓ ਤਾਂ ਤੁਸੀਂ ਜਿਉਂਦੇ ਰਹੋਗੇ, ਪਰ ਉਹ ਨਹੀਂ ਕਹਿੰਦਾ ਕਿ ਵੀ ਮੈਂ ਆਪਣੀ ਗੱਲ ਤੋਂ ਮੈਂ ਮੁਨਕਰ ਨਹੀਂ ਹੋਣਾ, ਕਿਉਂਕਿ ਉਹਨੇ ਸਮੇਂ ਦੀ ਲੈ ਔਰ ਸਮੇਂ ਨੂੰ ਇਸ ਕਰਕੇ ਪਛਾਣਿਆ ਸੀ ਕਿ ਭਾਈ ਕਾਲਖੰਡ ਲਈ, ਇੱਕ ਕਾਲਖੰਡ ਲਈ ਉਹ ਆਪਣੀ ਗੱਲ ਨਹੀਂ ਕਰ ਰਹੇ ਸੀ। ਸ਼ਾਇਦ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਜਿਹੜੀ ਗੱਲ ਕਰ ਰਿਹਾ ਇਸ ਗੱਲ ਨੇ ਬੜੀ ਦੂਰ ਤੱਕ ਜਾਣਾ ਔਰ ਚਿਰ ਸਥਾਈ ਰਹਿਣ ਦੀ, ਤਾਂ ਹੀ ਉਹਨੇ ਜ਼ਹਿਰ ਦੇ ਪਿਆਲੇ ਨੂੰ ਸਵੀਕਾਰ ਕੀਤਾ, ਉੱਥੇ ਰਹਿ ਕੇ ਹੀ ਸਵੀਕਾਰ। ਬਿਲਕੁਲ ਬਿਲਕੁਲ। ਸਰ ਆਪਾਂ ਪ੍ਰਵਾਸ ਜਾਂ ਪ੍ਰਵਾਸੀ ਲੋਕਾਂ ਦੇ ਨਾਲ ਸਾਂਝ ਪਾਈ ਹੋਈ ਹੈ ਸਾਡੇ ਸੱਜਣਾ ਨਾਲ, ਤਾਂ ਮੈਂ ਚਾਹਾਂਗਾ ਕਿ ਉਹਨਾਂ ਹਵਾਵਾਂ ਦੀ ਗੱਲ ਕਰੀਏ ਜਿਹੜੀਆਂ ਹਵਾਵਾਂ ਪੰਜਾਬ 'ਚ ਚੱਲ ਰਹੀਆਂ ਨੇ ਰਾਜਨੀਤਿਕ, ਔਰ ਪ੍ਰਵਾਸੀ ਸੱਜਣ, ਪ੍ਰਵਾਸੀ ਵੀਰਾਂ ਭਾਈਆਂ, ਉਹਨਾਂ ਦੀ ਵੀ ਗੱਲ ਕਰ ਲਈਏ, ਔਰ ਜਿਹੜੀ ਗੱਲ ਤੁਹਾਨੂੰ ਪਹਿਲਾਂ ਚੰਗੀ ਲੱਗਦੀ ਹੈ ਉਹ ਗੱਲ ਦੀ ਸਾਂਝ ਪਾਈਏ। ਬਿਲਕੁਲ, ਉਸ ਗੱਲ ਤੋਂ ਮੈਂ ਥੋੜੀ ਜਿਹੀ ਗੁਸਤਾਖੀ ਕਰ ਰਿਹਾ। ਤੁਸੀਂ ਸੁਕਰਾਤ ਦੀ ਗੱਲ ਕੀਤੀ ਜੀ, 2 ਲਾਈਨਾਂ ਉਸੇ ਸੰਦਰਭ ਦੇ ਵਿੱਚ ਨੇ। ਮੇਰੇ ਜਨਮ ਤੋਂ ਬਹੁਤ ਪਹਿਲਾਂ ਹੀ, ਮੇਰੇ ਜਨਮ ਤੋਂ ਬਹੁਤ ਪਹਿਲਾਂ ਹੀ ਤੈਅ ਕਰੀ ਬੈਠੇ ਸਨ ਉਹ ਮੌਤ ਮੇਰੀ। ਵਾਹ। ਮੇਰੇ ਜਨਮ ਤੋਂ ਬਹੁਤ ਪਹਿਲਾਂ ਹੀ ਉਹ ਤੈਅ ਕਰੀ ਬੈਠੇ ਸਨ ਮੌਤ ਮੇਰੀ, ਕਿਉਂਕਿ ਕਰਜ਼ ਵਤਨਾਂ ਦੇ ਸ਼ਹੀਦ ਹੀ ਚੁਕਾਇਆ ਕਰਦੇ। ਵਾਹ। ਤਖਤਾਂ ਦੀ ਸਲਾਮਤੀ ਲਈ ਤਖਤਿਆਂ ਤੇ ਅਕਸਰ ਝੂਲ ਜਾਇਆ ਕਰਦੇ ਨੇ। ਤਖਤਾਂ ਦੀ ਸਲਾਮਤੀ ਲਈ ਤਖਤਿਆਂ ਤੇ ਅਕਸਰ ਝੂਲ ਜਾਇਆ ਕਰਦੇ ਨੇ। ਯਾਰੋ ਮੈਂ ਵੀ ਅਣਜਾਣੇ ਹੀ ਸ਼ਹੀਦ ਹੋ ਗਿਆ। ਸਾਰਾ ਵਤਨ ਵੇਖੋ ਹਮਦਰਦ ਦਾ ਮੁਰੀਦ ਹੋ ਗਿਆ। ਮੇਰੇ ਜਨਮ ਤੋਂ ਬਹੁਤ ਪਹਿਲਾਂ ਹੀ ਉਹ ਤੈਅ ਕਰੀ ਬੈਠੇ ਸਨ ਮੌਤ ਮੇਰੀ। ਕੀ ਬਾਤ ਹੈ, ਕੀ ਬਾਤ ਹੈ ਜੀ। ਮਤਲਬ ਸ਼ੂਨਿਆ ਤੋਂ ਅੱਗੇ ਤਾਂ ਫਿਰ ਕੀ ਬਾਤ ਹੀ ਹੁੰਦੀ ਹੈ, ਕਾਲਖੰਡ ਤੋਂ ਪਰੇ, ਔਰ ਬਹੁਤ ਖੂਬਸੂਰਤ।
ਔਰ ਇਹਨਾਂ ਹਵਾਵਾਂ ਤੇ ਆ ਜਾਈਏ ਜਿਹੜੀਆਂ 2022 ਦੀਆਂ ਹਵਾਵਾਂ ਚੱਲ ਰਹੀਆਂ ਨੇ, ਖਾਸ ਤੌਰ ਦੇ ਉੱਤੇ ਪੰਜਾਬ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਨਾਰੇ ਵਾਅਦੇ ਦਾਅਵੇ ਸਭ ਕੁਝ, ਮਤਲਬ ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਦੇ ਪਰ ਸਾਰਿਆਂ ਦਾ ਜ਼ਿਕਰ ਵਿੱਚ ਹੀ ਹੈ। ਉਹ ਜ਼ਿਕਰ ਇੱਕ ਕਵੀ ਨਾਲੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ, ਜਾਂ ਇੱਕ ਸਾਹਿਤਕਾਰ ਨਾਲੋਂ ਵਧੀਆ ਕੋਈ ਨਹੀਂ ਕਰ ਸਕਦਾ, ਤੇ ਉਸ ਜ਼ਿਕਰ ਦਾ ਫਿਕਰ ਵੀ ਕਰ ਲਈਏ ਆਪਾਂ। ਬਿਲਕੁਲ ਠੀਕ ਹੈ ਜੀ, ਕਿਉਂਕਿ ਇਸ ਵਕਤ ਜਿਹੜੀ ਰਾਜਨੀਤਿਕ ਫਿਜ਼ਾ ਹੋਈ ਵੀ ਹੈ, ਤੁਸੀਂ ਉਹਦੇ ਵਿੱਚੋਂ ਜ਼ਿਆਦਾ ਵਧੀਆ ਵਿਚਰਦੇ ਹੋ, ਕਿਉਂਕਿ ਤੁਸੀਂ ਉਸ ਵਿਭਾਗ ਦੇ ਵਿੱਚੋਂ ਵੀ ਨਿਕਲ ਕੇ ਆਏ ਹੋ। ਉਸ ਦੇ ਉੱਤੇ ਅੱਗ ਜੀ, ਕਿਹੜਾ ਜੰਗਲ ਦੀ ਅੱਗ ਹੈ ਹੂੰ, ਜੋ ਰੌ ਚਾਵੇਗੀ? ਕਿਹੜਾ ਜੰਗਲ ਦੀ ਅੱਗ ਹੈ ਜੋ ਰੌ ਚਾਵੇਗੀ? ਇੱਕ ਝੁੱਗੀ ਹੀ ਜਲੀ ਹੈ ਆਪੇ ਬੁਝ ਜਾਵੇ। ਓਏ ਕੀ ਬਾਤ ਹੈ, ਬਹੁਤ ਅੱਛੇ। ਹੂੰ, ਦੋ ਚਾਰ ਦਫਨ ਨੇ ਚਿਤਾਵਾਂ ਨੇ ਕੁਝ ਕੁ, ਹੂੰ, ਦੋ ਚਾਰ ਦਫਨ ਨੇ ਚਿਤਾਵਾਂ ਨੇ ਕੁਝ ਕੁ, ਕਿਹੜੀ ਸੁਨਾਮੀ ਹੈ ਉੱਠੀ ਜਿਹੜੀ ਬਸਤੀ ਡੁੱਬ ਜਾਵੇਗੀ। ਕੀ ਬਾਤ ਹੈ, ਉਹਨਾਂ ਦੇ ਨਜ਼ਰੀਏ ਤੋਂ। ਵਾਹ। ਵੈਸੇ ਜੇ ਜੰਗਲ ਵੀ ਜਲੇ, ਹੂੰ, ਵੈਸੇ ਜੇ ਜੰਗਲ ਵੀ ਜਲੇ ਜਾਂ ਬਸਤੀ ਹੀ ਹੜੇ, ਹੂੰ, ਮੈਂ ਸੁਰੱਖਿਅਤ ਹਾਂ ਪੂਰਾ, ਮੈਨੂੰ ਕੀ ਫਰਕ ਮੈਨੂੰ ਪਾਵੇਗੀ? ਕੀ ਫਰਕ ਪਾਵੇਗੀ? ਕਿਹੜਾ ਜੰਗਲ ਦੀ ਅੱਗ ਹੈ ਜਿਹੜੀ ਰੌ ਵਿੱਚ ਜਿਹੜੀ ਆਵੇ, ਰੌ ਚਾਵੇ। ਰੌ ਚਾਵੇ। ਇਹ ਉਹਨਾਂ ਦੇ ਨਜ਼ਰੀਏ ਤੋਂ ਹੈ, ਬਿਲਕੁਲ ਜਿਹੜੇ ਨਾਰੇ ਲਾ ਰਹੇ ਆ, ਜਿਹੜੇ ਵਾਅਦੇ ਕਰ ਰਹੇ ਆ, ਜਿਹੜੇ ਦਾਅਵੇ ਕਰਦੇ ਆ ਵੱਡੇ ਬਿਲਕੁਲ। ਵਾਅਦੇ ਦਾਅਵੇ ਹੋਰ ਵੀ ਕਈ ਤਰ੍ਹਾਂ ਦੇ ਕੀਤੇ ਜਾਂਦੇ ਆ ਜੀ। ਉਹਨਾਂ ਦੇ ਵਿੱਚ ਸਾਡੇ ਹੱਕਾਂ ਦੀ ਮਸਲਾ ਹੱਕਾਂ ਦਾ ਜਿੱਥੋਂ ਆਪਾਂ ਸਾਡੇ ਹੱਕਾਂ ਦੀ ਰਾਖੀ ਕਦੋਂ ਹੋਈ, ਕਿੰਨੀ ਹੋਈ, ਕਿੱਦਾਂ ਹੋਈ, ਕਿਹਨੇ ਕੀਤੀ, ਇਹ ਦੱਸਣਾ ਪਏਗਾ ਜੀ। ਅੱਜ ਦੀ ਦਸ਼ਾ, ਕਾਨੂੰਨ ਦੀ ਚੌਖਟ ਲੁੱਟਿਆ ਮੈਨੂੰ, ਕਾਨੂੰਨ ਦੀ ਚੌਖਟ ਲੁੱਟਿਆ ਮੈਨੂੰ, ਟੋਟੇ ਕਰ ਕਰ ਸੁੱਟਿਆ ਮੈਨੂੰ। ਇੱਕ ਟੋਟਾ ਵਕੀਲ ਤੇ ਦੂਜਾ ਮੁਨਸਫ ਮੂੰਹੀ ਲੱਗਾ ਏ, ਬਾਕੀ ਪੁੱਜੇ ਗੰਗਾ ਤੱਟ ਤੇ ਇਨਸਾਫ ਨੂੰ ਜਾਂਦਾ ਵੱਜਾ ਏ। ਵਾਹ। ਨਹੀਂ ਮੈਂ ਕੱਲਾ ਮੇਰਾ ਅੱਲਾ, ਹਾਂ, ਨਹੀਂ ਮੈਂ ਕੱਲਾ ਮੇਰਾ ਅੱਲਾ, ਨਾਲ ਤਰੀਕੇ ਜਾਂਦਾ ਸੀ, ਥੱਕ ਹਾਰ ਜੋ ਮੇਰੇ ਵਾਂਗ ਨਵੀਂ ਤਰੀਕ ਲੈ ਆਉਂਦਾ ਸੀ। ਇੱਕ ਦਿਨ ਹੱਸਿਆ ਮੈਂ ਅੱਲਾ ਨੂੰ, ਇੱਕ ਦਿਨ ਹੱਸਿਆ ਮੈਂ ਅੱਲਾ ਨੂੰ, ਤੂੰ ਵੀ ਮੇਰੇ ਵਰਗਾ ਹੈ। ਹਾਂ, ਗੁੱਸਾ ਪੀਤੀ ਚੁੱਪ ਰਹੇ ਤੂੰ, ਬੰਦਿਆਂ ਤੋਂ ਹੀ ਡਰਦਾ ਹੈ। ਵਾਹ ਕੀ ਬਾਤ ਹੈ, ਵਾਹ। ਉਸ ਦਿਨ ਅੱਲਾ ਰੱਜ ਰੱਜ ਰੋਇਆ, ਓਏ, ਉਸ ਦਿਨ ਅੱਲਾ ਰੱਜ ਰੱਜ ਰੋਇਆ, ਅਸਮਾਨ ਉਡਾਰੀ ਮਾਰ ਗਿਆ। ਅੱਜ ਮੈਂ ਕੱਲਾ, ਬਿਲਕੁਲ ਕੱਲਾ, ਤਿੰਨੇ ਲੋਕ ਮੈਂ ਹਾਰ ਗਿਆ। ਓਏ ਕੀ ਬਾਤ, ਤਿੰਨੇ ਲੋਕ ਮੈਂ ਹਾਰ ਗਿਆ। ਤਿੰਨੇ ਲੋਕ ਮੈਂ ਹਾਰ ਗਿਆ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਸਾਹਿਤਿਕ ਤੰਦਾਂ, ਤੇ ਅਸੀਂ ਅੱਜ ਦੀ ਜਿਹੜੀ ਤੰਦ ਪਾਈ ਹੈ ਉਹ ਪਾਈ ਹੈ ਡਾਕਟਰ ਅਜੀਤ ਕੰਵਲ ਹਮਦਰਦ ਹੋਰਾਂ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ ਜੀ। ਇੱਕ ਵਕੀਲ ਦੇ ਮੂੰਹ ਲੱਗੀ ਬੋਟੀ, ਇੱਕ ਮੁਨਸਫ ਦੇ ਮੈਂ ਨਹੀਂ ਕੱਲਾ ਤੇ ਨਾਲ ਮੇਰਾ ਅੱਲਾ, ਪਰ ਫਿਰ ਉਹ ਵੀ ਸੋ ਇਹ ਜੋ ਸਮਾਜ ਦੀ ਦਸ਼ਾ ਹੈ, ਇਹ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ, ਬਹੁਤ ਸਪਸ਼ਟ ਹੋ ਜਾਂਦੀ ਹੈ, ਬਹੁਤ ਸਪਸ਼ਟ। ਇਹ ਸ਼ੀਸ਼ਾ ਹੈ, ਉਹੀ ਗੱਲ ਕਿ ਸਾਹਿਤ ਸ਼ੀਸ਼ਾ ਦਿਖਾ ਰਿਹਾ ਹੁੰਦਾ ਸਮਾਜ ਨੂੰ, ਔਰ ਇਹ ਸਾਹਿਤ ਦਾ ਫਰਜ਼ ਵੀ ਹੈ, ਧਰਮ ਵੀ ਹੈ, ਕਰਮ ਵੀ ਹੈ, ਸਾਹਿਤਕਾਰਾਂ ਦਾ ਵੀ। ਜੀ। ਮੈਂ ਸਿਸਟਮ 'ਚ ਵੀ ਰਿਹਾ, ਕੁਝ ਚੀਜ਼ਾਂ ਮੈਂ ਵੀ ਦੇਖੀਆਂ ਨੇ। ਜੀ। ਜਿਹੜਾ ਆਵੇ ਲੁੱਟੀ ਜਾਵੇ, ਜਿਹੜਾ ਆਵੇ ਲੁੱਟੀ ਜਾਵੇ, ਬੋਟੀ ਬੋਟੀ ਟੁੱਕੀ ਜਾਵੇ। ਜਿਹੜਾ ਆਵੇ ਲੁੱਟੀ ਜਾਵੇ, ਬੋਟੀ ਬੋਟੀ ਟੁੱਕੀ ਜਾਵੇ, ਨੱਕੋ ਨੱਕੀ ਆਪਾ ਭਰ ਕੇ, ਖਾਲੀ ਕੋਲਾ ਬਾਹਰ ਵਿਖਾਵੇ। ਕੀ ਬਾਤ ਹੈ। ਜਿਹੜਾ ਆਵੇ ਲੁੱਟੀ ਜਾਵੇ। ਵਾਹ। ਮੇਰੀ ਮੁੱਕੀ ਹੁਣ ਤੇਰੀ ਵਾਰੀ, ਮੇਰੀ ਮੁੱਕੀ ਹੁਣ ਤੇਰੀ ਵਾਰੀ, ਮੇਰੇ ਦਰਸ਼ਕੋ ਸੁਣਦੇ ਰਹੋ, ਕੀ ਬਾਤ ਹੈ। ਤੂੰ ਵੀ ਕਰ ਕੁਝ ਘੋੜ ਸਵਾਰੀ, ਮੇਰੀ ਮੁੱਕੀ ਹੁਣ ਤੇਰੀ ਵਾਰੀ, ਤੂੰ ਵੀ ਕਰ ਕੁਝ ਘੋੜ ਸਵਾਰੀ, ਘੋੜ ਸਵਾਰੀ, ਤਬੇਲੇ ਬੱਧੇ ਕਈ ਅਰਬੀ ਘੋੜੇ, ਰਫਤਾਰ ਵਿਖਾਵਣ ਸਰਪਟ ਦੌੜੇ, ਰਫਤਾਰ ਵਿਖਾਵਣ ਸਰਪਟ ਦੌੜੇ, ਘੋੜਾ ਦੱਸੂ ਕਿਹੜੇ ਰਾਹੇ ਪੈਣਾ, ਘੋੜਾ ਦੱਸੂ ਕਿਹੜੇ ਰਾਹੇ ਪੈਣਾ,
ਕਰੀ ਇਸ਼ਾਰਾ ਇਹ ਮੰਨੂ ਕਹਿਣਾ, ਮੈਨੂੰ ਕਹਿਣਾ। ਵਾਹ। ਫਿਕਰ ਕਰੀ ਨਾ ਉੜਦਾ ਜਾਵੀਂ, ਫਿਕਰ ਕਰੀ ਨਾ ਉੜਦਾ ਉੜਦਾ ਜਾਵੀਂ, ਜਾਵੀਂ, ਜਿੰਨੀ ਮਰਜ਼ੀ ਧੂੜ ਉਡਾਵੀਂ। ਹੋਰ ਵੀ ਕਈ ਨੇ ਖੱਚਰ ਘੋੜੇ, ਹੋਰ ਵੀ ਕਈ ਨੇ ਖੱਚਰ ਘੋੜੇ, ਅੱਖੋਂ ਅੰਨੇ ਤੇ ਅਕਲੋਂ ਥੋੜੇ। ਵਾਹ। ਇਹ ਸਭ ਤੇਰਾ ਚਿੱਕੜ ਜਰਦੇ, ਇਹ ਸਭ ਤੇਰਾ ਚਿੱਕੜ ਜਰਦੇ, ਤੇਰੀ ਆਈ ਇਹ ਨਹੀਂ ਮਰਦੇ। ਇਹ ਨਹੀਂ ਮਰਦੇ। ਓ ਹੋ ਕੀ ਬਾਤ ਹੈ। ਵਾਹ। ਘਰ ਨੂੰ ਦੱਸੋ ਕੌਣ ਬਚਾਵੇ, ਹੂੰ। ਘਰ ਨੂੰ ਦੱਸੋ ਕੌਣ ਬਚਾਵੇ, ਜਿਹੜਾ ਆਵੇ ਹੁਣ ਲੁੱਟੀ ਜਾਵੇ, ਕਰ ਕਰ ਬੋਟੀ ਸਗਲਾ ਖਾਵੇ, ਜਿਹੜਾ ਆਵੇ ਲੁੱਟੀ ਲੁੱਟੀ ਜਾਵੇ। ਕੀ ਬਾਤ ਹੈ। ਕਰ ਕਰ ਬੋਟੀ ਸੁੱਟੀ ਜਾਵੇ। ਇਸ ਤੋਂ ਰੈਲੇਵੈਂਟ, ਇਸ ਤੋਂ ਸਾਰਥਕ ਹੁਣ ਹੋਰ ਕੀ ਲੱਭੀਏ ਜਾਂ ਹੋਰ ਕੀ ਕਹੀਏ? ਪਰ ਕਹਿਣਾ ਤਾਂ ਬਹੁਤ ਕੁਝ ਪਏਗਾ, ਸੁਣਾਉਣਾ ਵੀ ਬਹੁਤ ਕੁਝ ਪਏਗਾ। ਸਰ ਆਪਣੇ ਕੋਲੇ ਵਕਤ ਦੀ ਕਮੀ ਹੈ ਤੇ ਮੈਂ ਚਾਹੁੰਦਾ ਕਿ ਵਕਤ ਦੀ ਕਮੀ ਦੇ ਲਿਹਾਜ਼ ਦੇ ਨਾਲ ਇਹ ਥੋੜ੍ਹੀਆਂ ਜਿਹੀਆਂ ਚੋਟਾਂ ਹੋਰ ਆ ਜਾਣ ਤਾਂ ਬੜੀਆਂ ਚੰਗੀਆਂ ਰਹਿਣਗੀਆਂ। ਨਹੀਂ, ਇਹ ਚੋਟਾਂ ਨਹੀਂ ਹੈ। ਮੈਂ ਅੱਗੇ ਕਿਹਾ ਸੀਗਾ ਸਾਹਿਤ ਜਿਹੜਾ ਹੈਗਾ ਉਹ ਚੋਟ ਨਹੀਂ ਕਰਦਾ, ਉਹ ਸ਼ੀਸ਼ਾ ਵਿਖਾਉਂਦਾ। ਸ਼ੀਸ਼ਾ ਵਿਖਾਉਂਦਾ, ਬਿਲਕੁਲ। ਤੇ ਜਿਹਨੂੰ ਸ਼ੀਸ਼ਾ ਦਿਖ ਜਾਏ ਔਰ ਉਹ ਉਹਦੇ ਵਿੱਚੋਂ ਹਾਂ ਸ਼ਾਇਦ ਉਹ ਅਕਸ ਸਹੀ ਪਛਾਣ ਲੈਣ ਉਸੇ ਸ਼ੀਸ਼ੇ ਦੇ। ਹੁਣ ਸਾਡਾ ਅੱਜ ਦਾ ਨੌਜਵਾਨ ਜੀ ਕਿੱਥੇ ਖੜਾ ਹੈ? ਉਹ ਅੱਜ ਦਾ ਨੌਜਵਾਨ ਨਹੀਂ ਹੈ, ਮੇਰੇ ਦੇਸ਼ ਦਾ, ਮੇਰੇ ਪੰਜਾਬ ਦਾ ਭਵਿੱਖ ਹੈ, ਮੇਰੀ ਮਿੱਟੀ ਦਾ ਭਵਿੱਖ ਹੈ। ਬਿਲਕੁਲ। ਜੇ ਉਹ ਭਵਿੱਖ ਇਸ ਮਿੱਟੀ ਦੇ ਵਿੱਚ ਰਹੇਗਾ ਤੇ ਇਸ ਦੇਸ਼ ਦੀ ਤਰੱਕੀ ਹੋਏਗੀ। ਜੇ ਉਹ ਕਿਤੇ ਹੋਰ ਮਿੱਟੀ ਦੇ ਵਿੱਚ ਚਲਾ ਗਿਆ ਤਾਂ ਮੇਰੇ ਪੰਜਾਬ ਦਾ ਕੀ ਬਣੇਗਾ? ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਸਾਡੇ ਸਾਹਮਣੇ, ਜਿਹਦੇ ਬਾਰੇ ਅਸੀਂ ਸੋਚਦੇ ਘੱਟ ਹਾਂ। ਬਿਲਕੁਲ। ਫਖਰ ਮਹਿਸੂਸ ਕਰਦੇ ਹਾਂ ਕੈਨੇਡਾ 'ਚ ਛਾ ਗਏ ਅਸੀਂ। ਬੜੀ ਮਹੱਤਵਪੂਰਨ ਤੁਸੀਂ ਕੈਨੇਡਾ ਵਾਲਿਆਂ ਨੂੰ ਪੁੱਛ ਕੇ ਦੇਖੋ ਉੱਥੇ ਕਿੰਨਾ ਸੰਤਾਪ ਉਹ ਭੋਗ ਰਹੇ ਆ ਆਪਣੀ ਇਸ ਮਿੱਟੀ ਤੋਂ ਦੂਰ ਹੋ ਕੇ। ਅਮਰੀਕਾ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਪੰਜਾਬੀ ਉੱਥੇ ਬੈਠੇ ਆ। ਬਿਲਕੁਲ। ਮੈਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਖੜਾ ਕਰਨ ਦੀ ਜਦੋਜਹਿਦ ਦੇ ਵਿੱਚ ਲੱਗੇ ਹੋਏ। ਬਿਲਕੁਲ। ਉਦਾਸ ਰਾਹੀਂ ਤੁਰਦਿਆਂ, ਦਰਦ ਤੰਦਾਂ ਬੁਣਦਿਆਂ, ਹਮਦਰਦ ਨੂੰ ਤਲਾਸ਼ ਸੀ, ਮਿਟ ਰਹੀ ਤੇਰੀ ਪੈੜ ਦੀ। ਪਰਤਮੀ ਕਿਸ ਪੈੜ ਨੂੰ ਸਿਜਦਾ ਕਰਾਂ ਮੱਥੇ ਧਰਾਂ, ਪਰਤਮੀ ਕਿਸ ਪੈੜ ਨੂੰ ਸਿਜਦਾ ਕਰਾਂ ਮੱਥੇ ਧਰਾਂ। ਇੱਕ ਆਸ ਹੈ ਤੇਰੇ ਆਉਣ ਦੀ, ਪਾਣੀ ਤੇ ਲੀਕਾਂ ਵਾਉਣ ਦੀ, ਤਿਲ ਤਿਲ ਮਰੇ ਅਰਮਾਨ ਜੋ, ਚੁਣ ਚੁਣ ਉਹੀ ਸਜਾਉਣ ਦੀ। ਇੱਕ ਆਸ ਹੈ ਤੇਰੇ ਆਉਣ ਦੀ। ਅੱਗ ਲੂ ਗਈ ਦੁਪਹਿਰ ਦੀ, ਅੱਗ ਲੂ ਗਈ ਦੁਪਹਿਰ ਦੀ, ਧਰਤ ਤਪ ਧਰਤ ਵੀ ਰਹੀ ਕਹਿਰ ਦੀ। ਅਸੀਂ ਫਿਰ ਵੀ ਇਹ ਸਭ ਸਹਿ ਗਏ, ਬਿਨ ਸਾਹਾਂ ਦੇ ਜ਼ਿੰਦਾ ਰਹਿ ਗਏ। ਬਿਨ ਸਾਹਾਂ ਦੇ ਜ਼ਿੰਦਾ ਰਹਿ ਗਏ। ਉਹ ਮਾਰ ਸਾਨੂੰ ਛੱਡ ਗਏ, ਰੂਹ ਲੈ ਸ਼ਰੀਰੋਂ ਕੱਢ ਗਏ। ਪੁੱਤ ਲੈ ਗਏ, ਧੀ ਲੈ ਗਏ, ਕੀ ਦੱਸਾਂ ਕੀ ਲੈ ਗਏ। ਉਦਾਸ ਰਾਹੀਂ ਤੁਰਦਿਆਂ, ਦਰਦ ਤੰਦਾਂ ਬੁਣਦਿਆਂ, ਹਮਦਰਦ ਨੂੰ ਤਲਾਸ਼ ਸੀ, ਮਿਟ ਰਹੀ ਤੇਰੀ ਪੈੜ ਦੀ। ਵਾਹ। ਮੇਰੇ ਕੋਲੇ ਸਾਰੇ ਇਸ ਵਕਤ ਦੀ ਕਮੀ ਹੈ। ਜੇ ਵਕਤ ਦੀ ਕੁਝ ਅੰਤਰੇ ਹੋਰ ਹੋ ਜਾਣ ਜੀ, ਮੈਂ ਮਾਫੀ ਚਾਹ ਲਾਂਗਾ ਸਾਡੀ ਸਾਰੀ ਟੀਮ ਤੋਂ ਖਾਸ ਤੌਰ ਦੇ ਉੱਤੇ, ਪਰ ਮੈਂ ਆਪਣੇ ਸਿਰ ਲੈ ਲੈਣਾ ਜੀ ਮਾਫੀ। ਤੇ ਕਿਰਪਾ ਕਰਕੇ ਇੱਕ ਦੋ ਅਸ਼ਰਾਰ ਹੋਰ ਆ ਜਾਣ ਜੀ। ਇਹ ਜਿਹੜੇ ਬਾਹਰ ਲੋਕ ਗਏ ਨੇ ਆਪਣੀ ਮਿੱਟੀ ਨਾਲੋਂ ਟੁੱਟ ਕੇ, ਜਦੋਂ ਇਹ ਆਪਣੀ ਮਿੱਟੀ ਦੇ ਵਿੱਚ ਪਰਤਣਗੇ ਤਾਂ ਇਹਨਾਂ ਨਾਲ ਕੀ ਵਾਪਰੇਗਾ ਉਹਦੇ ਬਾਰੇ ਬੜਾ ਮਹੱਤਵਪੂਰਨ ਚੰਦ ਲਾਈਨ। ਬਿਲਕੁਲ। ਮੇਰੇ ਸ਼ਹਿਰ ਦੀ ਦੋਸਤੋ ਅੱਜ ਅਜੀਬ ਬਾਤ ਹੈ, ਮੇਰੇ ਸ਼ਹਿਰ ਦੀ ਦੋਸਤੋ ਅੱਜ ਅਜੀਬ ਬਾਤ ਹੈ, ਅਜੀਬ ਬਾਤ ਹੈ। ਆਪਣਾ ਸੀ ਜੋ ਕਦੇ, ਹੁਣ ਦਿਨ ਨਾ ਉੱਥੇ ਰਾਤ ਹੈ। ਮੇਰੇ ਸ਼ਹਿਰ ਦੀ ਦੋਸਤੋ ਅੱਜ ਅਜੀਬ ਬਾਤ ਹੈ। ਕੀ ਬਾਤ ਹੈ। ਮਿੱਟੀ ਪਰਾਏ ਦੇਸ਼ ਦੀ, ਮਿੱਟੀ ਪਰਾਏ ਦੇਸ਼ ਦੀ, ਪੈਰਾਂ ਤੇ ਮੇਰੇ ਵੇਖ ਕੇ ਕਣ ਮੇਰੀ ਹੀ ਧਰਤ ਦੇ, ਬਿੰਦ ਨਾ ਮੈਨੂੰ ਸਹਿ ਰਹੇ। ਯਾਦਾਂ ਦੀਆਂ ਸਰਦਲਾਂ ਤੇ ਅਕਸ ਧੁੰਦਲੇ ਪੈ ਰਹੇ,
ਕੌਣ ਹੈ ਤੂੰ ਪਰਦੇਸੀਆ ਮੇਰੇ ਘਰ ਦੇ ਬੂਹੇ ਕਹਿ ਰਹੇ, ਰਹੇ ਵਾਹ। ਮੇਰੇ ਘਰ ਦੇ ਬੂਹੇ ਕਹਿ ਰਹੇ। ਹਰ ਬਸ਼ਰ ਹੈ ਉਪਰਾ। ਹੂੰ ਜਦੋਂ ਮੈਂ ਵਾਪਸ ਆਪਣੇ ਆਵਾਂਗੇ। ਮਿੱਟੀ ਚ ਆਇਆ, ਹੂੰ। ਹਰ ਬਸ਼ਰ ਹੈ ਉਪਰਾ, ਉਪਰਾ। ਹਰ ਬਸ਼ਰ ਹੀ ਮੌਨ ਹੈ, ਮੇਰੇ ਨਾਲ ਕੋਈ ਗੱਲ ਨਹੀਂ ਕਰਦਾ। ਹੂੰ ਹੂੰ ਹਰ ਬਸ਼ਰ ਹੈ ਉਪਰਾ, ਹਰ ਬਸ਼ਰ ਹੀ ਮੌਨ ਹੈ। ਹਮਦਰਦ ਕਿਸ ਨੂੰ ਪੁੱਛਦਾ, ਤੂੰ ਕੌਣ ਹੈ, ਉਹ ਕੌਣ ਹੈ। ਕੀ ਬਾਤ ਹੈ। ਲੁਕ ਲੁਕਾਵਾਂ ਵਗ ਰਿਹਾ, ਹੂੰ ਲੁਕ ਲੁਕਾਵਾਂ ਵਗ ਰਿਹਾ, ਅੱਖਾਂ ਦਾ ਨਮਕੀ ਨੀਰ ਵੀ। ਹਾਏ ਹਾਏ। ਲੁਕ ਲੁਕਾਵਾਂ ਵਗ ਰਿਹਾ, ਅੱਖਾਂ ਦਾ ਅੱਖਾਂ ਦਾ ਨਮਕੀ ਨੀਰ ਵੀ। ਵਾਹ। ਪੜ ਸਕੇ ਹੈ ਕੌਣ ਇੱਥੇ ਦਿਲ ਦੀ ਉੱਠੀ ਪੀੜ ਪੀੜ ਵੀ। ਵੀ। ਹੂੰ ਮੈਂ ਖੁਦਾ ਨੂੰ ਕੋਸਦਾ, ਮੈਂ ਖੁਦਾ ਨੂੰ ਕੋਸਦਾ, ਮੈਂ ਖੁਦਾ ਨੂੰ ਕੋਸਦਾ, ਪਹਿਚਾਣ ਆਪਣੀ ਲੋਚਦਾ। ਹਾਂ ਕੋਈ ਮਿਲੇ ਇੱਕ ਆਪਣਾ, ਹੂੰ ਖੜ ਵਿੱਚ ਚੁਰਾਹੇ ਸੋਚਦਾ। ਕੋਈ ਮਿਲੇ ਇੱਕ ਆਪਣਾ ਖੜ ਵਿੱਚ ਚੁਰਾਹੇ ਸੋਚਦਾ। ਵਾਹ। ਮੇਰੇ ਸ਼ਹਿਰ ਦੀ ਦੋਸਤੋ ਅੱਜ ਅਜੀਬ ਬਾਤ ਹੈ, ਆਪਣਾ ਸੀ ਜੋ ਕਦੇ ਹੁਣ ਦਿਨ ਨਾ ਉੱਥੇ ਰਾਤ। ਰਾਤ ਹੈ। ਵਾਹ, ਬਹੁਤ ਸ਼ੁਕਰੀਆ। ਕਿਉਂਕਿ ਨਹੀਂ ਚਾਹੁੰਦੇ ਸੀ ਕਿ ਵਿਦਾ ਲਈ ਜਾਵੇ, ਪਰ वक्त की हर शय गुलाम, वक्त का हर शय पे राज। आदमी को चाहिए वक्त से डर कर रहे, क्या पता किस वक्त यारो वक्त का बदले मिजाज। प्यारे दर्शकों, एक वायदा ਜ਼ਰੂਰ ਕਰਦਾ ਕਿ ਜਦੋਂ ਅਗਲੇਰੀ ਵਾਰ ਡਾਕਟਰ ਅਜੀਤ ਕਮਲ ਹੋਰਾਂ ਕੋਲੇ ਵਕਤ ਹੋਇਆ ਤਾਂ ਸ਼ਾਇਦ ਦੀ ਇਸ ਤੰਦ ਨੂੰ ਆਪਾਂ ਦੁਬਾਰ ਤੋਂ ਫਿਰ ਕੱਤਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਵਕਤ ਘੱਟ ਰਹਿ ਗਿਆ ਸੀ ਔਰ ਸਾਡੇ ਕੋਲੇ ਗੱਲਾਂ ਬਹੁਤ ਸੀ। ਗੱਲਾਂ ਸਿਰਫ ਸਾਹਿਤ ਦੀਆਂ ਨਹੀਂ, ਸਾਹਿਤ ਦੇ ਰਾਹੀਂ ਦਿਖਾਏ ਜਾਣ ਵਾਲੇ ਸ਼ੀਸ਼ੇ ਦੀਆਂ ਗੱਲਾਂ, ਕਿਉਂਕਿ ਇਸ ਵਕਤ ਪੰਜਾਬ ਦੀ ਫਿਜ਼ਾ ਬੜੇ ਮਹੱਤਵਪੂਰਨ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ। ਸਿਰਫ ਮਹੱਤਵਪੂਰਨ ਨਹੀਂ, ਬਹੁਤ ਗੰਭੀਰ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ। ਇਸ ਦੌਰ ਦੇ ਵਿੱਚ ਸਾਹਿਤ ਦੀ ਇਸ ਤੰਦ ਦਾ ਦੁਬਾਰਾ ਪਾਇਆ ਜਾਣਾ ਬਹੁਤ ਜ਼ਰੂਰੀ ਲੱਗ ਰਿਹਾ ਤੇ ਕੋਸ਼ਿਸ਼ ਕਰਾਂਗੇ ਕਿ ਡਾਕਟਰ ਅਜੀਤ ਕਮਲ ਹੋਰਾਂ ਨਾਲ ਦੁਬਾਰਾ ਤੋਂ ਫਿਰ ਸਾਹਿਤ ਦੀ ਤੰਦ ਪਾਈਏ। ਡਾਕਟਰ ਸਾਹਿਬ, ਅੱਜ ਦੇ ਲਈ ਮਾਫੀ ਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰਿੰਸ ਜੀ, ਤੁਹਾਡਾ, ਤੁਹਾਡੇ ਚੈਨਲ ਦਾ ਬਹੁਤ ਬਹੁਤ ਚੰਗਾ ਲੱਗਿਆ ਆ ਕੇ ਪਹਿਲਾਂ ਇਹ ਦੱਸੋ। ਬਹੁਤ ਪਿਆਰਾ ਜੀ, ਬਹੁਤ ਆਨੰਦ ਆਇਆ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ। ਪਿਆਰੇ ਦਰਸ਼ਕੋ, ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਅੱਜ ਤੁਹਾਡੇ ਤੋਂ ਵਿਦਾਈ ਲੈਣ ਦਾ ਵਕਤ ਹੋਇਆ। ਵਾਅਦਾ ਜਿੱਦਾਂ ਮੈਂ ਕੀਤਾ ਡਾਕਟਰ ਅਜੀਤ ਕਮਲ ਹਮਦਰਦ ਹੋਰਾਂ ਦੇ ਨਾਲ ਦੁਬਾਰਾ ਤੋਂ ਫਿਰ ਇਸ ਤੰਦ ਨੂੰ ਇੱਕ ਵਾਰ ਫਿਰ ਆਪਾਂ ਕੱਤਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਦਿਓ ਇਜਾਜ਼ਤ, ਹੱਸਦੇ ਰਹੋ, ਵਸਦੇ ਰਹੋ। ਧੰਨਵਾਦ, ਸਤਿ ਸ੍ਰੀ ਅਕਾਲ।